अगला चैप्टर। जेकर गलती तुहाडी होवे तां स्वीकार कर लो। मेरे घर दे बिल्कुल नेड़े एक जंगल सी जिथे उच्चे उच्चे दरख्त सन। बसंत रुੱਤ ਵਿੱਚ ਇੱਥੇ ਬਲੈਕਬੇਰੀ ਦੀਆਂ ਝਾੜੀਆਂ ਚਟਿਆਈ ਵਿਖੇਰਦੀਆਂ ਸਨ। ਕਾਟੋ ਆਪਣੇ ਘਰ ਬਣਾਉਂਦੀ ਲੰਮੀ ਲੰਮੀ ਘਾਹ ਹੋਇਆ ਕਰਦੀ ਸੀ। ਇਸ ਸੋਹਣੇ ਜੰਗਲ ਦਾ ਨਾਮ ਫੋਰੈਸਟ ਪਾਰਕ ਸੀ ਤੇ ਇਹ ਉਸ ਤਰ੍ਹਾਂ ਦਿਖਦਾ ਸੀ ਜਿਵੇਂ ਇਹ ਉਸ ਵੇਲੇ ਰਿਹਾ ਹੋਵੇ ਜਿਸ ਵੇਲੇ ਕੋਲੰਬਸ ਨੇ ਅਮਰੀਕਾ ਦੀ ਖੋਜ ਕੀਤੀ ਸੀ। ਮੈਂ ਅਕਸਰ ਇਸ ਜੰਗਲ ਅੰਦਰ ਆਪਣੇ ਛੋਟੇ ਬੋਸਟਨ ਬੁਲਡੌਗ ਰੈਕਸ ਨੂੰ ਘੁਮਾਉਣ ਲਈ ਲੈ ਜਾਂਦਾ ਸੀ। ਰੈਕਸ ਦੋਸਤਾਨਾ ਕਿਸਮ ਦਾ ਭੋਲਾ ਤੇ ਇੱਕ ਨਿੱਕਾ ਜਿਹਾ ਕੁੱਤਾ ਸੀ। ਕਿਉਂਕਿ ਜੰਗਲ ਵਿੱਚ ਸਾਡੇ ਤੋਂ ਇਲਾਵਾ ਕੋਈ ਹੋਰ ਨਹੀਂ ਸੀ ਹੁੰਦਾ, ਇਸ ਲਈ ਮੈਂ ਰੈਕਸ ਨੂੰ ਖੁੱਲ੍ਹਾ ਛੱਡ ਦਿੰਦਾ ਸੀ। ਇੱਕ ਦਿਨ ਸਾਨੂੰ ਉੱਥੇ ਇੱਕ ਪੁਲਿਸ ਵਾਲਾ ਦਿਖਿਆ ਜਿਹੜਾ ਆਪਣੇ ਦਬਦਬੇ ਦਾ ਪ੍ਰਦਰਸ਼ਨ ਕਰਨ ਦਾ ਚਾਹਵਾਨ ਸੀ। ਤੁਸੀਂ ਕੁੱਤੇ ਨੂੰ ਖੁੱਲ੍ਹਾ ਕਿਉਂ ਛੱਡਿਆ? ਇਸ ਨੂੰ ਚੈਨ 'ਚ ਬੰਨ੍ਹ ਕੇ ਕਿਉਂ ਨਹੀਂ ਰੱਖਿਆ? ਤੁਸੀਂ ਜਾਣਦੇ ਹੋ ਕਿ ਇਹ ਕਾਨੂੰਨ ਦੇ ਖਿਲਾਫ ਹੈ। ਪੁਲਿਸ ਵਾਲੇ ਨੇ ਮੈਨੂੰ ਝਿੜਕਦਿਆਂ ਕਿਹਾ। ਹਾਂ, ਮੈਂ ਜਾਣਦਾ ਹਾਂ, ਮੈਂ ਹੌਲੀ ਦੇ ਕੇ ਜਵਾਬ ਦਿੱਤਾ। ਮੈਨੂੰ ਲੱਗਦਾ ਹੈ ਇਹ ਇੱਥੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਵੇਗਾ। ਤੁਹਾਨੂੰ ਲੱਗਦਾ ਹੈ ਕਾਨੂੰਨ ਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ? ਕੀ ਤੁਹਾਨੂੰ ਲੱਗਦਾ ਹੈ ਕੁੱਤਾ ਕਿਸੇ ਕਾਟੋ ਨੂੰ ਮਾਰ ਸਕਦਾ ਜਾਂ ਕਿਸੇ ਬੱਚੇ ਨੂੰ ਵੱਢ ਸਕਦਾ? ਮੈਂ ਤੁਹਾਨੂੰ ਇਸ ਵਾਰ ਤਾਂ ਛੱਡ ਰਿਹਾ, ਪਰ ਜੇ ਮੈਂ ਅਗਲੀ ਵਾਰੀ ਕੁੱਤੇ ਨੂੰ ਬਿਨਾਂ ਜੰਜੀਰ ਦੇ ਦੇਖਿਆ ਤੇ ਮੈਂ ਤੁਹਾਨੂੰ ਤੇ ਤੁਹਾਡੇ ਕੁੱਤੇ ਦੋਨਾਂ ਨੂੰ ਅਦਾਲਤ ਦੇ ਕਟਘਰੇ ਅੰਦਰ ਖੜਾ ਕਰ ਦਿਆਂਗਾ। ਮੈਂ ਅਗਲੀ ਵਾਰੀ ਇਸ ਤਰ੍ਹਾਂ ਨਾ ਕਰਨ ਦਾ ਵਾਅਦਾ ਕੀਤਾ ਅਤੇ ਮੈਂ ਆਪਣਾ ਵਾਅਦਾ ਨਿਭਾਇਆ ਵੀ ਕੁਝ ਦਿਨਾਂ ਤੱਕ। ਪਰ ਨਾ ਤਾਂ ਰੈਕਸ ਨੂੰ ਜੰਜੀਰ ਪਸੰਦ ਸੀ ਤੇ ਨਾ ਹੀ ਮੈਨੂੰ। ਇਸ ਲਈ ਅਸੀਂ ਕਿਸਮਤ ਉੱਤੇ ਭਰੋਸਾ ਕਰਨ ਦਾ ਫੈਸਲਾ ਕੀਤਾ। ਕੁਝ ਸਮੇਂ ਤੱਕ ਤਾਂ ਸਾਰਾ ਕੁਝ ਠੀਕ ਠਾਕ ਰਿਹਾ, ਪਰੰਤੂ ਇੱਕ ਦੁਪਹਿਰ ਨੂੰ ਜਦੋਂ ਮੈਂ ਅਤੇ ਰੈਕਸ ਪਹਾੜੀ ਉੱਪਰ ਦੌੜ ਰਹੇ ਸੀ ਤਾਂ ਅਚਾਨਕ ਸਾਨੂੰ ਫੇਰ ਤੋਂ ਉਹੀ ਪੁਲਿਸ ਵਾਲਾ ਮਿਲ ਗਿਆ। ਰੈਕਸ ਅੱਗੇ ਵੱਲ ਦੌੜ ਰਿਹਾ ਸੀ, ਸਿੱਧਾ ਪੁਲਿਸ ਅਫਸਰ ਵੱਲ। ਮੈਂ ਜਾਣਦਾ ਸੀ ਕਿ ਹੁਣ ਮੈਂ ਬੁਰੀ ਤਰ੍ਹਾਂ ਫਸ ਚੁੱਕਿਆ। ਮੈਂ ਚੰਗੀ ਤਰ੍ਹਾਂ ਜਾਣਦਾ ਸੀ, ਇਸ ਲਈ ਮੈਂ ਪੁਲਿਸ ਅਫਸਰ ਦੇ ਬੋਲਣ ਦਾ ਇੰਤਜ਼ਾਰ ਨਹੀਂ ਕੀਤਾ। ਪੁਲਿਸ ਵਾਲੇ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਮੈਂ ਬੋਲ ਪਿਆ। ਅਫਸਰ, ਤੁਸੀਂ ਸਾਨੂੰ ਰੰਗੇ ਹੱਥੀਂ ਫੜ ਲਿਆ। ਮੈਂ ਕਸੂਰਵਾਰ ਹਾਂ। ਮੈਂ ਕੋਈ ਬਹਾਨਾ ਨਹੀਂ ਬਣਾਉਣਾ ਚਾਹੁੰਦਾ, ਕੋਈ ਸਫਾਈ ਨਹੀਂ ਦੇਣੀ ਚਾਹੁੰਦਾ। ਤੁਸੀਂ ਪਿਛਲੇ ਹਫ਼ਤੇ ਹੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਮੈਂ ਆਪਣੇ ਕੁੱਤੇ ਨੂੰ ਬਿਨਾਂ ਜੰਜੀਰ ਦੇ ਘੁਮਾਇਆ ਤਾਂ ਤੁਸੀਂ ਮੇਰੇ ਉੱਪਰ ਫਾਈਨ ਕਰੋਗੇ। ਇਸ ਤੋਂ ਬਾਅਦ ਵੀ ਮੈਂ ਆਪਣੇ ਕੁੱਤੇ ਨੂੰ ਬਿਨਾਂ ਜੰਜੀਰ ਦੇ ਘੁਮਾ ਰਿਹਾ ਸੀ। ਪੁਲਿਸ ਵਾਲੇ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, ਮੈਂ ਜਾਣਦਾ ਹਾਂ ਕਿ ਬਿਨਾਂ ਜੰਜੀਰ ਦੇ ਕੁੱਤਾ ਘੁਮਾਉਣਾ ਸਾਰਿਆਂ ਨੂੰ ਚੰਗਾ ਲੱਗਦਾ, ਖਾਸ ਤੌਰ 'ਤੇ ਜਦੋਂ ਇੱਥੇ ਆਲੇ ਦੁਆਲੇ ਕੋਈ ਵੀ ਨਹੀਂ ਹੈ। ਹਾਂ, ਚੰਗਾ ਤਾਂ ਲੱਗਦਾ, ਪਰੰਤੂ ਇਹ ਕਾਨੂੰਨ ਦੇ ਖਿਲਾਫ ਹੈ, ਮੈਂ ਜਵਾਬ ਦਿੱਤਾ। ਪਰ ਇੰਨਾ ਛੋਟਾ ਕੁੱਤਾ ਕਿਸੇ ਨੂੰ ਕੀ ਨੁਕਸਾਨ ਪਹੁੰਚਾਏਗਾ? ਪੁਲਿਸ ਵਾਲੇ ਨੇ ਕਿਹਾ। ਫਿਰ ਵੀ ਅਫਸਰ, ਇਹ ਕਾਟੂਆਂ ਨੂੰ ਮਾਰ ਸਕਦਾ ਹੈ। ਮੈਨੂੰ ਲੱਗਦਾ ਕਿ ਤੁਸੀਂ ਮੇਰੀ ਗੱਲ ਨੂੰ ਕੁਝ ਜ਼ਿਆਦਾ ਹੀ ਗੰਭੀਰਤਾ ਨਾਲ ਲਿਆ ਹੈ। ਉਸਨੇ ਕਿਹਾ, ਤੁਸੀਂ ਕੁੱਤੇ ਨੂੰ ਮੇਰੀਆਂ ਅੱਖਾਂ ਤੋਂ ਦੂਰ ਦੌੜ ਜਾਣ ਦਿਓ, ਫਿਰ ਮੈਂ ਤੇ ਤੁਸੀਂ ਦੋਵੇਂ ਇਸ ਗੱਲ ਨੂੰ ਭੁੱਲ ਜਾਵਾਂਗੇ। ਪੁਲਿਸ ਵਾਲਾ ਵੀ ਇਨਸਾਨ ਸੀ ਤੇ ਉਹ ਵੀ ਮਹੱਤਵਪੂਰਨ ਦਿਖਣਾ ਚਾਹੁੰਦਾ ਸੀ। ਇਸ ਲਈ ਜਦੋਂ ਮੈਂ ਖੁਦ ਨੂੰ ਦੋਸ਼ ਦੇਣਾ ਸ਼ੁਰੂ ਕੀਤਾ, ਉਸ ਕੋਲੋਂ ਆਪਣੇ ਸਵੈਮਾਨ ਨੂੰ ਦਰਸਾਉਣ ਲਈ ਇੱਕੋ ਤਰੀਕਾ ਸੀ, ਉਹ ਸੀ ਦਇਆ ਤੇ ਉਦਾਰਤਾ ਨੂੰ ਦਿਖਾਉਣਾ। ਪਰੰਤੂ ਮੰਨ ਲਓ ਮੈਂ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਫਿਰ ਕੀ ਹੁੰਦਾ? ਤੁਸੀਂ ਜਾਣਦੇ ਹੋ, ਪੁਲਿਸ ਵਾਲਿਆਂ ਨਾਲ ਬਹਿਸ ਕਰਨ ਵਿੱਚ ਕੋਈ ਜਿੱਤ ਨਹੀਂ ਸਕਦਾ। ਉਸ ਨਾਲ ਸ਼ਾਬਦਿਕ ਤਲਵਾਰਬਾਜ਼ੀ ਕਰਨ ਦੇ ਬਜਾਏ ਮੈਂ ਮੰਨ ਲਿਆ ਕਿ ਉਹ ਪੂਰੀ ਤਰ੍ਹਾਂ ਸਹੀ ਸੀ ਤੇ ਮੈਂ ਪੂਰੀ ਤਰ੍ਹਾਂ ਗਲਤ। ਮੈਂ ਆਪਣੀ ਗਲਤੀ ਫੌਰਨ ਪੂਰੀ ਤਰ੍ਹਾਂ ਉਤਸ਼ਾਹ ਨਾਲ ਮੰਨ ਲਈ ਸੀ। ਇਸ ਮਾਮਲੇ ਵਿੱਚ ਮੈਂ ਉਸ ਦਾ ਪੱਖ ਲਿਆ ਤੇ ਉਸਨੇ ਮੇਰਾ। ਇਸ ਤਰ੍ਹਾਂ ਪੂਰਾ ਮਾਮਲਾ ਚੰਗੀ ਤਰ੍ਹਾਂ ਨਿਬੜ ਗਿਆ। ਲਾਰਡ ਚੈਸਟਰਫੀਲਡ ਵੀ ਇੰਨੇ ਜ਼ਿਆਦਾ ਚੰਗੇ ਤਰੀਕੇ ਨਾਲ ਉਦਾਰਤਾ ਨਹੀਂ ਸਨ ਦਿਖਾ ਸਕਦੇ ਜਿੰਨੀ ਕਿ ਉਸ ਪੁਲਿਸ ਅਫਸਰ ਨੇ ਦਿਖਾਈ ਸੀ, ਜਿਸ ਨੇ ਇੱਕ ਹਫ਼ਤਾ ਪਹਿਲਾਂ ਹੀ ਮੈਨੂੰ ਅਦਾਲਤ ਦੇ ਕਟਘਰੇ ਦਾ ਡਰ ਦਿਖਾਇਆ ਸੀ। ਜੇਕਰ ਤੁਹਾਡੀ ਗਲਤੀ ਤੇ ਤੁਹਾਨੂੰ ਕੋਈ ਝਿੜਕਣ ਵਾਲਾ ਹੈ ਤਾਂ ਕੀ ਇਹ ਬਿਹਤਰ ਨਹੀਂ ਹੋਵੇਗਾ ਕਿ ਅਸੀਂ ਇਹੋ ਜਿਹਾ ਹੋਣ ਤੋਂ ਪਹਿਲਾਂ ਹੀ ਖੁਦ ਆਪਣੀ ਗਲਤੀ ਨੂੰ ਮੰਨ ਲਈਏ, ਆਪਣੀ ਬੁਰਾਈ ਕਰਨ ਲੱਗ ਪਈਏ, ਬਜਾਏ ਇਸ ਦੇ ਸਾਹਮਣੇ ਵਾਲਾ ਸਾਡੀ ਬੁਰਾਈ ਕਰੇ ਤੇ ਸਾਨੂੰ ਆਪਣੀਆਂ ਗਲਤੀਆਂ ਦਿਸਣ। ਆਪਣੇ ਬਾਰੇ ਉਹਨਾਂ ਸਾਰੀਆਂ ਗਲਤੀਆਂ ਦਾ ਜ਼ਿਕਰ ਕਰੋ ਜਿਹੜੀਆਂ ਤੁਹਾਡੇ ਹਿਸਾਬ ਨਾਲ ਸਾਹਮਣੇ ਵਾਲਾ ਕਹਿਣ ਵਾਲਾ ਹੈ ਜਾਂ ਸੋਚ ਰਿਹਾ ਹੈ। ਬਿਨਾਂ ਉਸ ਨੂੰ ਮੌਕਾ ਤੇ ਖੁਦ ਹੀ ਇਹ ਕੰਮ ਕਰ ਲਓ। 100 ਵਿੱਚੋਂ 99 ਵਾਰੀ ਸਾਹਮਣੇ ਵਾਲਾ ਤੁਹਾਡੇ ਪ੍ਰਤੀ ਉਦਾਰ ਅਤੇ ਖਿਮਾਪੂਰਨ ਨਜ਼ਰੀਆ ਅਪਣਾਵੇਗਾ ਅਤੇ ਤੁਹਾਡੀਆਂ ਗਲਤੀਆਂ ਨੂੰ ਵੀ ਘੱਟ ਕਰਕੇ ਦੱਸੇਗਾ, ਜਿਵੇਂ ਉਸ ਪੁਲਿਸ ਵਾਲੇ ਨੇ ਕੀਤਾ ਸੀ। ਕਮਰਸ਼ੀਅਲ ਆਰਟਿਸਟ ਈ ਵਾਰਨ ਨੇ ਆਪਣੇ ਇੱਕ ਕਾਲੇ ਅਤੇ ਚਿੜਚਿੜੇ ਗਾਹਕ ਸਾਹਮਣੇ ਇਸ ਤਕਨੀਕ ਦਾ ਇਸਤੇਮਾਲ ਕੀਤਾ। ਵਿਗਿਆਪਨ ਅਤੇ ਪ੍ਰਕਾਸ਼ਨ ਲਈ ਡਰਾਇੰਗ ਬਣਾਉਣ ਵਾਲੇ ਇੱਕਦਮ ਨਿਸ਼ਚਿਤ ਹੋਣਾ ਬੜਾ ਮਹੱਤਵਪੂਰਨ ਹੁੰਦਾ। ਮਿਸਟਰ ਵੈਰਨ ਨੇ ਸਾਨੂੰ ਇਹ ਕਹਾਣੀ ਸੁਣਾਉਂਦਿਆਂ ਕਿਹਾ, ਕਈ ਆਰਟ ਐਡੀਟਰ ਬੜੀ ਕਾਹਲੀ ਵਿੱਚ ਆਪਣਾ ਕੰਮ ਕਰਾਉਂਦੇ ਨੇ ਤੇ ਇਹੋ ਜਿਹੀ ਸਥਿਤੀ ਅੰਦਰ ਛੋਟੀਆਂ-ਮੋਟੀਆਂ ਗਲਤੀਆਂ ਹੋਣ ਦੀ ਸੰਭਾਵਨਾ ਹੁੰਦੀ ਹੈ। ਮੈਂ ਇੱਕ ਇਹੋ ਜਿਹੇ ਆਰਟ ਐਡੀਟਰ ਨੂੰ ਜਾਣਦਾ ਜਿਸ ਨੂੰ ਛੋਟੀ-ਛੋਟੀ ਗਲਤੀਆਂ ਭਾਲਣ ਵਿੱਚ ਬੜਾ ਮਜ਼ਾ ਆਉਂਦਾ ਸੀ। ਉਸ ਦੇ ਆਫਿਸ ਤੋਂ ਨਿਕਲਣ ਵੇਲੇ ਮੇਰਾ ਮੂਡ ਅਕਸਰ ਖਰਾਬ ਰਹਿੰਦਾ ਹੈ, ਆਲੋਚਨਾ ਦੀ ਵਜ੍ਹਾ ਨਾਲ ਨਹੀਂ ਬਲਕਿ ਉਸ ਦੇ ਹਮਲਾ ਕਰਨ ਦੇ ਤਰੀਕਿਆਂ ਕਾਰਨ। ਹਾਲ ਹੀ ਵਿੱਚ ਮੈਂ ਇੱਕ ਛੇਤੀ ਵਾਲੇ ਕੰਮ ਨੂੰ ਕਾਹਲੀ ਵਿੱਚ ਕਰਕੇ ਇਸ ਐਡੀਟਰ ਕੋਲੇ ਭੇਜਿਆ।
ਉਸਨੇ ਮੈਨੂੰ ਤੁਰੰਤ ਆਪਣੇ ਆਫਿਸ ਅੰਦਰ ਬੁਲਾਇਆ। ਫੋਨ ਉੱਪਰ ਉਸਨੇ ਕਿਹਾ ਸੀ ਕਿ ਮੇਰੇ ਕੋਲੋਂ ਕੋਈ ਗਲਤੀ ਹੋਈ ਸੀ। ਜਦੋਂ ਮੈਂ ਪਹੁੰਚਿਆ ਤਾਂ ਦੇਖਿਆ ਕਿ ਮਾਹੌਲ ਬਿਲਕੁਲ ਉਸੇ ਤਰ੍ਹਾਂ ਦਾ ਸੀ ਜਿਵੇਂ ਮੈਂ ਆਸ ਕੀਤੀ ਸੀ। ਜਿਸ ਨਾਲ ਮੈਂ ਡਰ ਰਿਹਾ ਸੀ ਉਹ ਵਿਰੋਧੀ ਮੂਡ ਵਿੱਚ ਸੀ ਤੇ ਮਨ ਹੀ ਮਨ ਖੁਸ਼ ਵੀ ਹੋ ਰਿਹਾ ਸੀ। ਇੱਕ ਵਾਰੀ ਫੇਰ ਉਸਨੂੰ ਆਲੋਚਨਾ ਕਰਨ ਦਾ ਮੌਕਾ ਮਿਲ ਗਿਆ। ਉਸਨੇ ਗਰਮ ਹੋ ਕੇ ਪੁੱਛਿਆ, ਫਲਾਨੀ ਚੀਜ਼ ਕਿਉਂ ਕੀਤੀ? ਮੈਂ ਤੁਹਾਡੇ ਕੋਰਸ ਵਿੱਚ ਪੜ੍ਹਾਏ ਗਏ ਆਤਮ ਆਲੋਚਨਾ ਦੇ ਸਬਕ ਨੂੰ ਅਜਮਾਉਣ ਦਾ ਨਿਸ਼ਚਾ ਕੀਤਾ ਹੈ। ਇਸ ਲਈ ਮੈਂ ਕਿਹਾ, ਤੁਸੀਂ ਜੋ ਕਹਿ ਰਹੇ ਹੋ ਸਹੀ ਹੈ, ਮੈਂ ਗਲਤੀ ਉੱਤੇ ਹਾਂ ਤੇ ਮੇਰੀ ਗਲਤੀ ਲਈ ਮੈਂ ਕੋਈ ਬਹਾਨਾ ਵੀ ਨਹੀਂ ਬਣਾ ਸਕਦਾ। ਮੈਂ ਕਾਫੀ ਸਮੇਂ ਤੋਂ ਡਰਾਇੰਗ ਕਰ ਰਿਹਾ ਹਾਂ। ਮੇਰੇ ਕੋਲੋਂ ਇਸ ਤਰ੍ਹਾਂ ਦੀਆਂ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ। ਮੈਂ ਆਪਣੇ ਆਪ ਉੱਪਰ ਬਹੁਤ ਸ਼ਰਮਿੰਦਾ ਹਾਂ। ਤੁਰੰਤ ਹੀ ਉਹ ਮੇਰਾ ਬਚਾਅ ਕਰਨ ਲੱਗਾ। ਹਾਂ, ਤੁਸੀਂ ਠੀਕ ਕਹਿ ਰਹੇ ਹੋ, ਪਰੰਤੂ ਉਸ ਤਰ੍ਹਾਂ ਦੇਖਿਆ ਜਾਵੇ ਇਹ ਗੰਭੀਰ ਗਲਤੀ ਵੀ ਨਹੀਂ। ਇਹ ਤਾਂ ਕੇਵਲ, ਮੈਂ ਉਸ ਨੂੰ ਵਿੱਚੋਂ ਹੀ ਟੋਕ ਦਿੱਤਾ। ਕੋਈ ਵੀ ਗਲਤੀ ਮਹਿੰਗੀ ਸਾਬਤ ਹੋ ਸਕਦੀ ਹੈ ਤੇ ਉਸ ਦੀ ਵਜ੍ਹਾ ਨਾਲ ਚਿੜ ਤਾਂ ਹੁੰਦੀ ਹੈ। ਉਹ ਵਿੱਚੋਂ ਹੀ ਬੋਲਣਾ ਚਾਹੁੰਦਾ ਸੀ, ਪਰੰਤੂ ਮੈਂ ਉਸ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ। ਮੈਨੂੰ ਆਨੰਦ ਆ ਰਿਹਾ ਸੀ। ਆਪਣੇ ਜੀਵਨ ਵਿੱਚ ਪਹਿਲੀ ਵਾਰ ਮੈਂ ਆਪਣੇ ਆਪ ਦੀ ਆਲੋਚਨਾ ਕਰ ਰਿਹਾ ਸੀ ਤੇ ਮੈਨੂੰ ਇਸ ਵਿੱਚ ਬੜਾ ਮਜ਼ਾ ਆ ਰਿਹਾ ਸੀ। ਮੈਂ ਕਿਹਾ, ਮੈਨੂੰ ਜ਼ਿਆਦਾ ਸੁਚੇਤ ਰਹਿਣਾ ਚਾਹੀਦਾ ਸੀ। ਤੁਸੀਂ ਮੈਨੂੰ ਬਹੁਤ ਸਾਰਾ ਕੰਮ ਦਿੰਦੇ ਹੋ ਅਤੇ ਮੈਨੂੰ ਤੁਹਾਡੇ ਕੰਮ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ। ਇਸ ਲਈ ਮੈਂ ਇਸ ਡਰਾਇੰਗ ਨੂੰ ਦੁਬਾਰਾ ਬਣਾ ਕੇ ਦਿਆਂਗਾ। ਨਹੀਂ, ਉਸਨੇ ਵਿਰੋਧ ਕੀਤਾ। ਮੈਂ ਤੁਹਾਨੂੰ ਇੰਨੀ ਤਕਲੀਫ ਨਹੀਂ ਦੇਣੀ ਚਾਹੁੰਦਾ। ਉਸਨੇ ਮੇਰੇ ਕੰਮ ਦੀ ਤਾਰੀਫ ਕੀਤੀ। ਮੈਨੂੰ ਨਿਸ਼ਚਿਤ ਕੀਤਾ ਕਿ ਇਸ ਵਿੱਚ ਕੇਵਲ ਇੱਕ ਛੋਟੇ ਜਿਹੇ ਸੁਧਾਰ ਦੀ ਲੋੜ ਹੈ ਅਤੇ ਮੇਰੀ ਨਿੱਕੀ ਜਿਹੀ ਗਲਤੀ ਨਾਲ ਉਸ ਦੀ ਫਰਮ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ। ਅਤੇ ਉਸ ਤਰ੍ਹਾਂ ਇਹ ਕੇਵਲ ਤਫਸੀਲ ਯਾਨੀ ਡਿਟੇਲਸ ਦੀ ਗਲਤੀ ਹੈ ਜਿਸ ਉੱਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਖੁਦ ਦੀ ਗਲਤੀ ਨੂੰ ਤੁਰੰਤ ਮੰਨ ਲੈਣ ਤੇ ਆਪਣੇ ਆਪ ਦੀ ਬੁਰਾਈ ਪਹਿਲਾਂ ਹੀ ਕਰ ਦੇਣ ਨਾਲ ਉਸ ਦਾ ਗੁੱਸਾ ਸ਼ਾਂਤ ਹੋ ਗਿਆ। ਉਹ ਮੈਨੂੰ ਲੰਚ ਉੱਤੇ ਲੈ ਗਿਆ ਅਤੇ ਚੱਲਣ ਤੋਂ ਪਹਿਲਾਂ ਉਸਨੇ ਮੈਨੂੰ ਚੈੱਕ ਦਿੱਤਾ ਤੇ ਦੂਜਾ ਕੰਮ ਵੀ। ਆਪਣੀ ਕੀਤੀ ਹੋਈ ਗਲਤੀ ਨੂੰ ਮੰਨਣਾ ਦਲੇਰੀ ਦਾ ਕੰਮ ਤਾਂ ਹੈ ਹੀ, ਇਸ ਵਿੱਚ ਸਾਨੂੰ ਸੰਤੁਸ਼ਟੀ ਦਾ ਅਹਿਸਾਸ ਵੀ ਹੁੰਦਾ ਹੈ। ਇਸ ਨਾਲ ਨਾ ਸਿਰਫ ਸਾਡੇ ਅੰਦਰਲਾ ਅਪਰਾਧ ਬੋਧ ਅਤੇ ਰੱਖਿਆਤਮਕਤਾ ਸਮਾਪਤ ਹੁੰਦੇ ਨੇ, ਬਲਕਿ ਇਸ ਨਾਲ ਅਕਸਰ ਗਲਤੀ ਕਾਰਨ ਉਤਪੰਨ ਸਮੱਸਿਆ ਨੂੰ ਸੁਲਝਾਉਣ ਵਿੱਚ ਵੀ ਮਦਦ ਮਿਲਦੀ ਹੈ। ਐਲਬੂਕਰਕੀ, ਨਿਊ ਮੈਕਸੀਕੋ ਦੇ ਬਰੂਸ ਹਾਰਵੇ ਨੇ ਮੈਡੀਕਲ ਲੀਵ ਉੱਤੇ ਗਏ ਇੱਕ ਕਰਮਚਾਰੀ ਨੂੰ ਗਲਤੀ ਨਾਲ ਪੂਰੀ ਤਨਖਾਹ ਦੇ ਦਿੱਤੀ। ਜਦੋਂ ਉਸ ਨੂੰ ਆਪਣੀ ਗਲਤੀ ਦਾ ਪਤਾ ਚੱਲਿਆ ਤਾਂ ਉਸ ਕਰਮਚਾਰੀ ਨੂੰ ਕਿਹਾ ਕਿ ਉਹ ਆਪਣੀ ਅਗਲੀ ਤਨਖਾਹ ਤੋਂ ਇਹ ਸਾਰੀ ਰਕਮ ਕੱਟ ਲਵੇਗਾ। ਕਰਮਚਾਰੀ ਨੇ ਬਿਨੈ ਕੀਤੀ ਕਿ ਪੂਰੀ ਰਕਮ ਇੱਕਮੁਸ਼ਤ ਕੱਟਣ ਨਾਲ ਉਹ ਗੰਭੀਰ ਆਰਥਿਕ ਸਮੱਸਿਆ ਵਿੱਚ ਫਸ ਜਾਵੇਗਾ। ਇਸ ਲਈ ਕਿਸ਼ਤਾਂ ਵਿੱਚ ਕਟੌਤੀ ਕਰਨਾ ਉਚਿਤ ਹੋਵੇਗਾ। ਇਸ ਤਰ੍ਹਾਂ ਕਰਨ ਲਈ ਹਾਰਵੇ ਨੂੰ ਆਪਣੇ ਸੁਪਰਵਾਈਜ਼ਰ ਤੋਂ ਸਹਿਮਤੀ ਲੈਣ ਦੀ ਲੋੜ ਸੀ। ਹਾਰਵੇ ਨੇ ਕਿਹਾ, ਅਤੇ ਮੈਂ ਜਾਣਦਾ ਸੀ ਇਸ ਤਰ੍ਹਾਂ ਕਰਨ ਨਾਲ ਬੌਸ ਬਹੁਤ ਗੁੱਸੇ ਹੋਣਗੇ ਕਿਉਂਕਿ ਇਹ ਸਾਰਾ ਝਮੇਲਾ ਮੇਰੀ ਗਲਤੀ ਕਾਰਨ ਹੋਇਆ ਸੀ। ਇਸ ਲਈ ਮੈਂ ਇਹ ਫੈਸਲਾ ਲਿਆ ਕਿ ਮੈਂ ਬੌਸ ਸਾਹਮਣੇ ਆਪਣੀ ਗਲਤੀ ਮੰਨ ਲਵਾਂਗਾ। ਮੈਂ ਬੌਸ ਦੇ ਆਫਿਸ ਵਿੱਚ ਗਿਆ ਤੇ ਉਸ ਨੂੰ ਦੱਸ ਦਿੱਤਾ ਕਿ ਮੇਰੇ ਕੋਲੋਂ ਇੱਕ ਗਲਤੀ ਹੋਈ ਹੈ। ਇਸ ਤੋਂ ਬਾਅਦ ਮੈਂ ਉਹਨਾਂ ਨੂੰ ਪੂਰੀ ਗੱਲ ਦੱਸੀ। ਬੌਸ ਨੇ ਵਿਰੋਧੀ ਆਵਾਜ਼ ਵਿੱਚ ਕਿਹਾ, ਇਹ ਮੇਰੀ ਨਹੀਂ ਬਲਕਿ ਪਰਸਨਲ ਡਿਪਾਰਟਮੈਂਟ ਦੀ ਗਲਤੀ ਹੈ। ਮੈਂ ਦੁਹਰਾਇਆ ਕਿ ਨਹੀਂ, ਇਹ ਮੇਰੀ ਹੀ ਗਲਤੀ ਸੀ। ਇਸ ਤੇ ਬੌਸ ਨੇ ਮੇਰਾ ਬਚਾਅ ਕਰਦਿਆਂ ਕਿਹਾ, ਇਸ ਦਾ ਦੋਸ਼ 2 ਲੋਕਾਂ ਉੱਤੇ ਮੜ ਦਿੱਤਾ, ਪਰੰਤੂ ਹਰ ਵਾਰ ਮੈਂ ਦੁਹਰਾਇਆ ਕਿ ਗਲਤੀ ਮੇਰੀ ਹੀ ਸੀ। ਅੰਤ ਵਿੱਚ ਬੌਸ ਨੇ ਮੇਰੇ ਵੱਲ ਦੇਖਿਆ ਤੇ ਕਿਹਾ, ਚੰਗਾ, ਇਹ ਗਲਤੀ ਤੁਸੀਂ ਹੀ ਕੀਤੀ ਹੈ, ਹੁਣ ਜਾਓ ਤੇ ਆਪਣੀ ਗਲਤੀ ਨੂੰ ਠੀਕ ਕਰੋ। ਗਲਤੀ ਠੀਕ ਕਰ ਦਿੱਤੀ ਗਈ ਤੇ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਈ। ਮੈਨੂੰ ਚੰਗਾ ਮਹਿਸੂਸ ਹੋਇਆ ਕਿਉਂਕਿ ਮੈਂ ਤਣਾਅਪੂਰਨ ਹਾਲਾਤ ਨੂੰ ਵਧੀਆ ਢੰਗ ਨਾਲ ਸੁਲਝਾਉਣ ਵਿੱਚ ਕਾਮਯਾਬ ਹੋਇਆ ਸੀ ਤੇ ਮੈਂ ਬਹਾਨੇ ਬਣਾਉਣ ਦੀ ਬਜਾਏ ਸਾਰੀ ਗੱਲ ਕਹਿਣ ਦਾ ਹਿੰਮਤੀ ਵਿਕਲਪ ਚੁਣਿਆ ਸੀ। ਇਸ ਘਟਨਾ ਤੋਂ ਬਾਅਦ ਬੌਸ ਦੀਆਂ ਨਜ਼ਰਾਂ ਵਿੱਚ ਮੇਰੀ ਇੱਜ਼ਤ ਪਹਿਲਾਂ ਤੋਂ ਵੀ ਵੱਧ ਗਈ। ਕੋਈ ਵੀ ਮੂਰਖ ਆਪਣੀਆਂ ਗਲਤੀਆਂ ਲਈ ਬਹਾਨੇ ਬਣਾ ਸਕਦਾ ਹੈ ਤੇ ਜ਼ਿਆਦਾਤਰ ਮੂਰਖ ਇਸ ਤਰ੍ਹਾਂ ਹੀ ਕਰਦੇ ਆ, ਪਰੰਤੂ ਆਪਣੀਆਂ ਗਲਤੀਆਂ ਮੰਨ ਲੈਣ ਨਾਲ ਤੁਸੀਂ ਭੀੜ ਤੋਂ ਜੁਦਾ ਹੋ ਜਾਂਦੇ ਹੋ। ਤੁਹਾਨੂੰ ਇਸ ਵਿੱਚ ਆਨੰਦ ਅਤੇ ਮਾਣ ਦਾ ਅਨੁਭਵ ਵੀ ਹੁੰਦਾ ਹੈ। ਮਿਸਾਲ ਲਈ, ਇਤਿਹਾਸ ਰਾਬਰਟ ਈ ਲੀ ਬਾਰੇ ਜਿਹੜੀ ਸਭ ਤੋਂ ਰੌਚਕ ਗੱਲ ਦੱਸਦਾ ਹੈ ਉਹ ਇਹ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਗੈਟਿਸਬਰਗ ਦੀ ਜੰਗ ਅੰਦਰ ਪਿਕੇਟ ਦੇ ਹਮਲੇ ਤੋਂ ਬਾਅਦ ਹੋਈ ਹਾਰ ਲਈ ਦੋਸ਼ੀ ਮੰਨਿਆ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਕੇਟ ਦਾ ਹਮਲਾ ਪੱਛਮੀ ਦੁਨੀਆ ਦੇ ਇਤਿਹਾਸ ਅੰਦਰ ਹੋਇਆ ਸਭ ਤੋਂ ਸ਼ਾਨਦਾਰ ਤੇ ਦੇਖਣ ਲਾਇਕ ਹਮਲਾ ਸੀ। ਜਨਰਲ ਜਾਰਜ ਈ ਪਿਕੇਟ ਆਪ ਵੀ ਦੇਖਣਯੋਗ ਸਨ। ਉਹਨਾਂ ਨੇ ਆਪਣੇ ਵਾਲ ਇੰਨੇ ਵਧਾ ਰੱਖੇ ਸਨ ਕਿ ਉਹਨਾਂ ਦੇ ਮੋਢਿਆਂ ਨੂੰ ਛੂੰਹਦੇ ਸਨ ਤੇ ਨੈਪੋਲੀਅਨ ਵਾਂਗ ਹੀ ਉਹ ਵੀ ਜੰਗ ਦੇ ਮੈਦਾਨ ਵਿੱਚ ਲਗਭਗ ਹਰ ਰੋਜ਼ ਜਜ਼ਬਾਤਾਂ ਨਾਲ ਭਰਪੂਰ ਪ੍ਰੇਮ ਪੱਤਰ ਲਿਖਿਆ ਕਰਦੇ ਸਨ। ਉਹਨਾਂ ਦੇ ਨਿਸ਼ਠਾਨਵਾਨ ਫੌਜੀਆਂ ਨੇ ਉਸ ਦੁਖਤ ਲਈ ਜੁਲਾਈ ਦੀ ਦੁਪਹਿਰ ਨੂੰ ਉਹਨਾਂ ਦਾ ਜੋਸ਼ ਵਧਾਉਂਦਿਆਂ ਨਾਅਰੇ ਲਾਏ। ਪਿਕੇਟ ਯੂਨੀਅਨ ਲਾਈਨਸ ਵੱਲ ਤੇਜ਼ੀ ਤੋਂ ਅੱਗੇ ਵਧ ਰਹੇ ਪੂਰੀ ਫੌਜ ਉਹਨਾਂ ਦੇ ਪਿੱਛੇ ਚੱਲ ਪਈ।
ਇਹ ਇੱਕ ਦੇਖਣ ਲਾਇਕ ਦ੍ਰਿਸ਼ ਸੀ, ਦਲੇਰੀ ਨਾਲ ਭਰਪੂਰ, ਬਹੁਤ ਸ਼ਾਨਦਾਰ। ਯੂਨੀਅਨ ਲਾਇਨਜ਼ ਵਿੱਚ ਜਿੰਨਾ ਵੀ ਇਹ ਦ੍ਰਿਸ਼ ਦੇਖਿਆ ਉਹਨਾਂ ਨੇ ਇਸ ਦੀ ਸ਼ਲਾਘਾ ਕੀਤੀ। ਪਕੈਟ ਦੀ ਫੌਜ ਆਸਾਨੀ ਨਾਲ ਅੱਗੇ ਵੱਲ ਚੱਲ ਪਈ, ਇੱਕ ਦर्रे ਨੂੰ ਪਾਰ ਕਰਦੀ ਅੱਗੇ ਵਧੀ। ਇਸ ਸਮੇਂ ਪੂਰੇ ਦੁਸ਼ਮਣ ਦੀਆਂ ਤੋਪਾਂ ਦੇ ਗੋਲੇ ਉਹਨਾਂ ਦੀ ਫੌਜ ਨੂੰ ਨਿਸ਼ਾਨੇ ਉੱਤੇ ਲਏ ਹੋਏ ਸਨ, ਪਰੰਤੂ ਉਹ ਬਿਨਾਂ ਡਰੇ ਬਿਨਾਂ ਰੁਕੇ ਅੱਗੇ ਵਧਦੇ ਰਹੇ। ਅਚਾਨਕ ਸਿਮਰੈਟੀ ਰਿਡਜ਼ ਦੀ ਪੱਥਰ ਦੀ ਕੰਧ ਦੇ ਪਿਛਲੇ ਪਾਸਿਓਂ ਯੂਨੀਅਨ ਫੌਜ ਪ੍ਰਗਟ ਹੋਈ, ਜਿੱਥੇ ਇਹ ਲੁਕੀ ਹੋਈ ਸੀ, ਤੇ ਇਸ ਨੇ ਪਕੈਟ ਦੀ ਅੱਗੇ ਵਧ ਰਹੀ ਫੌਜ ਉੱਤੇ ਗੋਲਾਬਾਰੀ ਕਰਨੀ ਸ਼ੁਰੂ ਕਰ ਦਿੱਤੀ। ਪਹਾੜੀ ਦੀ ਟੀਸੀ ਇਸ ਵੇਲੇ ਇੱਕ ਜਵਾਲਾਮੁਖੀ ਵਾਂਗ ਭਖ ਰਹੀ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਇਹ ਕੋਈ ਕਤਲ ਦਾ ਮੈਦਾਨ ਹੋਵੇ। ਕੁਝ ਹੀ ਮਿੰਟਾਂ ਵਿੱਚ ਇੱਕ ਨੂੰ ਛੱਡ ਕੇ ਪਕੈਟ ਦੇ ਸਾਰੇ ਬ੍ਰਿਗੇਡ ਕਮਾਂਡਰ ਮੌਤ ਦੇ ਮੂੰਹ ਅੰਦਰ ਸਮਾ ਗਏ। 5000 ਫੌਜੀਆਂ ਦੀਆਂ ਫੌਜ ਵਿੱਚੋਂ ਸਿਰਫ 1000 ਫੌਜੀ ਜਿੰਦਾ ਬਚੇ। ਜਨਰਲ ਲਿਊਇਸ ਨੇ ਅੰਤਲੇ ਹਮਲੇ ਵਿੱਚ ਫੌਜੀਆਂ ਦੀ ਅਗਵਾਈ ਕੀਤੀ। ਉਹ ਅੱਗੇ ਦੌੜੇ, ਪੱਥਰ ਦੀ ਕੰਧ ਉੱਪਰ ਚੜ੍ਹੇ ਤੇ ਆਪਣੀ ਤਲਵਾਰ ਦੀ ਨੋਕ ਉੱਤੇ ਆਪਣੇ ਕੈਂਪ ਨੂੰ ਲਹਿਰਾਉਂਦਿਆਂ ਚੀਕੇ, ਮੇਰੇ ਬਹਾਦਰ ਸ਼ੇਰੋ, ਉਹਨਾਂ ਨੂੰ ਮਜ਼ਾ ਚਖਾ ਦਿਓ। ਫੌਜੀਆਂ ਨੇ ਇਸੇ ਤਰ੍ਹਾਂ ਕੀਤਾ। ਉਹਨਾਂ ਨੇ ਕੰਧਾਂ ਨੂੰ ਟੱਪਿਆ, ਆਪਣੇ ਦੁਸ਼ਮਣਾਂ ਉੱਪਰ ਸੰਗੀਨਾਂ ਨਾਲ ਵਾਰ ਕੀਤੇ ਅਤੇ ਸਿਮੈਟਰੀ ਰਿਡਜ਼ ਉੱਪਰ ਦੱਖਣ ਦੇ ਝੰਡੇ ਗੱਡ ਦਿੱਤੇ। ਇਹ ਝੰਡੇ ਸਿਰਫ ਇੱਕ ਪਲ ਲਈ ਹੀ ਉੱਥੇ ਰਹੇ, ਪਰੰਤੂ ਇਹ ਪਲ ਭਾਵੇਂ ਕਿੰਨਾ ਵੀ ਛੋਟਾ ਰਿਹਾ ਹੋਵੇ, ਯੂਨੀਅਨ ਦੇ ਇਤਿਹਾਸ ਦਾ ਯਾਦਗਾਰੀ ਪਲ ਸੀ। ਪਕੈਟ ਦਾ ਹਮਲਾ ਅਦਭੁਤ ਅਤੇ ਸਾਹਸੀ ਹੋਣ ਦੇ ਬਾਵਜੂਦ ਅੰਤ ਦੀ ਸ਼ੁਰੂਆਤ ਸੀ। ਲੀ ਅਸਫਲ ਹੋ ਗਏ। ਉਹ ਉੱਤਰ ਦਿਸ਼ਾ ਨੂੰ ਨਹੀਂ ਜਿੱਤ ਪਾਏ ਸਨ ਤੇ ਉਹ ਇਹ ਗੱਲ ਜਾਣਦੇ ਸਨ, ਦੱਖਣ ਦਾ ਪਤਨ ਨਿਸ਼ਚਿਤ ਸੀ। ਲੀ ਇੰਨੇ ਦੁਖੀ ਸਨ, ਇੰਨੇ ਸਦਮੇ ਵਿੱਚ ਸਨ ਕਿ ਉਹਨਾਂ ਨੇ ਆਪਣਾ ਅਸਤੀਫਾ ਭਿਜਵਾ ਦਿੱਤਾ। ਯੂਨੀਅਨ ਦੇ ਪ੍ਰੈਜ਼ੀਡੈਂਟ ਜੈਫਰਸਨ ਡੇਵਿਡ ਨੂੰ ਕਿਹਾ ਕਿ ਉਹਨਾਂ ਦੀ ਕਿਸੇ ਥਾਂ ਨੌਜਵਾਨ ਅਤੇ ਵਧਯੋਗ ਵਿਅਕਤੀ ਨੂੰ ਨਿਯੁਕਤ ਕਰ ਦੇਣ। ਗੈਟਿਸਬਰਗ ਦੀ ਜੰਗ ਵਿੱਚ ਹਾਰ ਜਾਣ ਲਈ ਜਨਰਲ ਲੀ ਜੇਕਰ ਬਹਾਨਾ ਬਣਾਉਣਾ ਚਾਹੁੰਦੇ ਤਾਂ ਵੀ ਬਹੁਤ ਸਾਰੀਆਂ ਗੱਲਾਂ ਦਾ ਬਹਾਨਾ ਬਣਾ ਸਕਦੇ ਸਨ। ਉਹਨਾਂ ਦੇ ਕਈ ਡਿਵੀਜ਼ਨ ਕਮਾਂਡਰਾਂ ਨੇ ਉਹਨਾਂ ਨੂੰ ਧੋਖਾ ਦਿੱਤਾ ਸੀ। ਪੈਦਲ ਫੌਜੀਆਂ ਦੇ ਹਮਲੇ ਨੂੰ ਸਹਾਰਾ ਦੇਣ ਲਈ ਘੋੜਸਵਾਰ ਫੌਜ ਸਮੇਂ 'ਤੇ ਨਹੀਂ ਸੀ ਆਈ। ਇਹ ਚੀਜ਼ ਗਲਤ ਹੋਈ, ਉਹ ਚੀਜ਼ ਗੜਬੜ ਸੀ। ਪਰੰਤੂ ਜਨਰਲ ਲੀ ਇੰਨੇ ਮਹਾਨ ਸਨ ਕਿ ਉਹਨਾਂ ਨੇ ਕਿਸੇ ਦੂਜੇ ਨੂੰ ਦੋਸ਼ ਨਹੀਂ ਦਿੱਤਾ। ਜਦੋਂ ਪਕੈਟ ਦੇ ਹਾਰੇ ਅਤੇ ਖੂਨ ਨਾਲ ਲੱਥਪੱਥ ਸਿਪਾਹੀ ਵਾਪਸ ਆਏ ਤਾਂ ਰਾਬਰਟ ਉਹਨਾਂ ਨੂੰ ਇਕੱਲੇ ਮਿਲਣ ਲਈ ਗਏ। ਉਹਨਾਂ ਦਾ ਸਵਾਗਤ ਆਤਮ ਆਲੋਚਨਾ ਨਾਲ ਕੀਤਾ, ਜਿਸ ਵਿੱਚ ਉਹਨਾਂ ਦੀ ਮਹਾਨਤਾ ਝਲਕਦੀ ਸੀ। ਉਹਨਾਂ ਨੇ ਕਿਹਾ, ਸਾਰੀ ਗਲਤੀ ਮੇਰੀ ਸੀ ਤੇ ਸਿਰਫ ਮੈਂ ਇਸ ਹਾਰ ਲਈ ਜ਼ਿੰਮੇਵਾਰ ਹਾਂ। ਇਤਿਹਾਸ ਅੰਦਰ ਬਹੁਤ ਘੱਟ ਜਨਰਲਾਂ ਨੇ ਇੰਨੀ ਦਲੇਰੀ ਅਤੇ ਸੁਭਾਅ ਦੀ ਦ੍ਰਿੜਤਾ ਦਾ ਪਰਿਚੈ ਦਿੱਤਾ। ਮਾਈਕਲ ਚਿਆਂਗ ਸਾਡੇ ਕੋਰਸ ਹਾਂਗਕਾਂਗ ਵਿੱਚ ਪੜ੍ਹਾਉਂਦੇ ਹਨ। ਉਹਨਾਂ ਨੇ ਸਾਨੂੰ ਦੱਸਿਆ ਕਿ ਕਿਵੇਂ ਚੀਨ ਦੀ ਸੰਸਕ੍ਰਿਤੀ ਕਈ ਵਾਰ ਕੁਝ ਵਿਸ਼ੇਸ਼ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ ਤੇ ਕਿਸ ਤਰ੍ਹਾਂ ਪੁਰਾਣੀਆਂ ਪਰੰਪਰਾਵਾਂ ਨੂੰ ਬਣਾਏ ਰੱਖਣ ਦੀ ਬਜਾਏ ਸਾਨੂੰ ਨਵੇਂ ਸਿਧਾਂਤਾਂ ਨੂੰ ਅਪਣਾਉਣ ਨਾਲ ਫਾਇਦਾ ਹੁੰਦਾ। ਉਹਨਾਂ ਦੀ ਕਲਾਸ ਅੰਦਰ ਇੱਕ ਅਧਖੜ ਮੈਂਬਰ ਸੀ ਜਿਸ ਦਾ ਕਈ ਸਾਲਾਂ ਤੋਂ ਆਪਣੇ ਪੁੱਤਰ ਨਾਲ ਵਖਰੇਵਾਂ ਚੱਲ ਰਿਹਾ ਸੀ। ਪਿਤਾ ਨੂੰ ਅਫੀਮ ਦੀ ਲੱਤ ਸੀ ਜਿਹੜੀ ਹੁਣ ਛੁੱਟ ਗਈ ਸੀ। ਚੀਨ ਦੀ ਪਰੰਪਰਾ ਇਹ ਹੈ ਕਿ ਵੱਡੇ ਲੋਕ ਮਾफ़ੀ ਮੰਗਣ ਲਈ ਪਹਿਲਾਂ ਕਦਮ ਨਹੀਂ ਚੁੱਕਦੇ। ਇਸ ਲਈ ਪਿਤਾ ਨੂੰ ਲੱਗ ਰਿਹਾ ਸੀ ਕਿ ਸਮਝੌਤੇ ਦੀ ਪਹਿਲ ਉਸਦੇ ਪੁੱਤਰ ਨੂੰ ਪਹਿਲਾਂ ਕਰਨੀ ਚਾਹੀਦੀ ਹੈ। ਸ਼ੁਰੂਆਤੀ ਸੈਸ਼ਨ ਵਿੱਚ ਉਸਨੇ ਕਲਾਸ ਨੂੰ ਦੱਸਿਆ ਕਿ ਉਸਨੇ ਆਪਣੇ ਪੋਤਰਿਆਂ ਦਾ ਮੂੰਹ ਤੱਕ ਵੀ ਨਹੀਂ ਦੇਖਿਆ। ਉਸਦੀ ਬੜੀ ਇੱਛਾ ਸੀ ਕਿ ਉਸਦੇ ਪੁੱਤਰ ਅਤੇ ਉਸ ਵਿਚਕਾਰ ਸੁਲ੍ਹਾ ਹੋ ਜਾਏ। ਕਲਾਸ ਦੇ ਸਾਰੇ ਮੈਂਬਰ ਚੀਨ ਤੋਂ ਸਨ ਤੇ ਇਹ ਸਮਝ ਸਕਦੇ ਸੀ ਕਿ ਉਸਦੀ ਇੱਛਾ ਅਤੇ ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਅੰਦਰ ਕਿੰਨਾ ਜ਼ਬਰਦਸਤ ਸੰਘਰਸ਼ ਚੱਲ ਰਿਹਾ ਹੋਵੇਗਾ। ਪਿਤਾ ਨੂੰ ਲੱਗਦਾ ਸੀ ਕਿ ਨੌਜਵਾਨ ਪੀੜ੍ਹੀ ਨੂੰ ਬਜ਼ੁਰਗ ਪੀੜ੍ਹੀ ਦਾ ਸਨਮਾਨ ਕਰਨਾ ਚਾਹੀਦਾ ਤੇ ਇਸ ਵਜ੍ਹਾ ਨਾਲ ਉਹ ਆਪਣੀ ਇੱਛਾ ਮੁਤਾਬਕ ਕਦਮ ਨਾ ਚੁੱਕਣ ਨੂੰ ਸਹੀ ਠਹਿਰਾ ਰਿਹਾ ਸੀ ਤੇ ਇੰਤਜ਼ਾਰ ਕਰ ਰਿਹਾ ਸੀ ਕਿ ਉਸਦਾ ਪੁੱਤਰ ਆਵੇਗਾ ਤੇ ਉਸ ਕੋਲੋਂ ਮਾफ़ੀ ਮੰਗੇਗਾ। ਕੋਰਸ ਦੇ ਅੰਤ ਵਿੱਚ ਪਿਤਾ ਨੇ ਇੱਕ ਵਾਰੀ ਫੇਰ ਆਪਣੀ ਕਲਾਸ ਨੂੰ ਸੰਬੋਧਨ ਕੀਤਾ। ਉਸਨੇ ਕਿਹਾ, ਮੈਂ ਸਮੱਸਿਆ ਉੱਤੇ ਚੰਗੀ ਤਰ੍ਹਾਂ ਵਿਚਾਰ ਕੀਤਾ ਹੈ। ਡੇਲ ਕਾਰਨੇਗੀ ਕਹਿੰਦੇ ਹਨ, ਜੇਕਰ ਗਲਤੀ ਤੁਹਾਡੀ ਹੈ ਤੇ ਤੁਰੰਤ ਪੂਰੀ ਤਰ੍ਹਾਂ ਨਾਲ ਆਪਣੀ ਗਲਤੀ ਮੰਨ ਲਓ। ਹਾਲਾਂਕਿ ਮੇਰੇ ਲਈ ਤੁਰੰਤ ਆਪਣੀ ਗਲਤੀ ਮੰਨਣ ਵਿੱਚ ਕਾਫੀ ਦੇਰ ਹੋ ਚੁੱਕੀ ਹੈ, ਪਰੰਤੂ ਮੈਂ ਆਪਣੀ ਗਲਤੀ ਨੂੰ ਪੂਰੀ ਤਰ੍ਹਾਂ ਮੰਨ ਤਾਂ ਸਕਦਾ ਹੀ ਹਾਂ। ਮੈਂ ਆਪਣੇ ਪੁੱਤਰ ਨਾਲ ਅਨਿਆਂ ਕੀਤਾ ਹੈ, ਇਸ ਵਿੱਚ ਉਸਦਾ ਕੋਈ ਦੋਸ਼ ਨਹੀਂ। ਉਸਨੇ ਮੈਨੂੰ ਆਪਣੀ ਜ਼ਿੰਦਗੀ ਤੋਂ ਕੱਢ ਦਿੱਤਾ। ਹਾਲਾਂਕਿ ਆਪਣੇ ਛੋਟਿਆਂ ਕੋਲੋਂ ਮਾफ़ੀ ਮੰਗਣਾ ਸਾਡੇ ਇੱਥੇ ਸ਼ਰਮ ਦੀ ਗੱਲ ਮੰਨੀ ਜਾਂਦੀ ਹੈ, ਪਰੰਤੂ ਗਲਤੀ ਮੇਰੀ ਸੀ ਤੇ ਇਸ ਨੂੰ ਮੰਨਣ ਦੀ ਜ਼ਿੰਮੇਵਾਰੀ ਮੇਰੀ ਹੈ। ਕਲਾਸ ਨੇ ਤਾੜੀਆਂ ਮਾਰ ਕੇ ਉਸਦੀ ਗੱਲ ਦਾ ਸਵਾਗਤ ਕੀਤਾ, ਉਸ ਨੂੰ ਪੂਰਾ ਸਮਰਥਨ ਦਿੱਤਾ। ਅਗਲੀ ਕਲਾਸ ਵਿੱਚ ਉਸਨੇ ਦੇਖਿਆ ਉਹ ਕਿਸ ਤਰ੍ਹਾਂ ਆਪਣੇ ਪੁੱਤਰ ਦੇ ਘਰ ਗਿਆ, ਉਸ ਕੋਲੋਂ ਮਾफ़ੀ ਮੰਗੀ ਤੇ ਹੁਣ ਉਹਨਾਂ ਦੇ ਰਿਸ਼ਤੇ ਸੁਧਰ ਗਏ ਹਨ। ਹੁਣ ਉਸਦੀ ਨੂੰਹ ਤੇ ਪੋਤਰੇ ਵੀ ਉਸ ਨੂੰ ਪਸੰਦ ਕਰਨ ਲੱਗ ਪਏ ਹਨ, ਜਿਨ੍ਹਾਂ ਤੋਂ ਉਹ ਆਖਰਕਾਰ ਮਿਲਣ ਵਿੱਚ ਕਾਮਯਾਬ ਹੋ ਗਿਆ ਸੀ। ਐਲਬਰਟ ਹਬਾਰਡ ਦੇਸ਼ ਦੇ ਕਾਫੀ ਨਾਮਵਰ ਅਤੇ ਮੌਲਿਕ ਲੇਖਕ ਰਹੇ ਹਨ। ਅਕਸਰ ਉਹਨਾਂ ਦੇ ਚੁੱਭੇ ਹੋਏ ਵਾਕਾਂ ਕਾਰਨ
ਕਈ ਲੋਕਾਂ ਦੀਆਂ ਭਾਵਨਾਵਾਂ ਭੜਕ ਜਾਂਦੀਆਂ ਸਨ, ਪਰੰਤੂ ਹਵਾਰਡ ਵਿੱਚ ਲੋਕਾਂ ਨਾਲ ਵਿਵਹਾਰ ਕਰਨ ਦੀ ਉਹ ਵਿਰਲੀ ਕਲਾ ਸੀ ਜਿਸ ਦੀ ਵਜ੍ਹਾ ਨਾਲ ਉਹ ਆਪਣੇ ਵੈਰੀਆਂ ਨੂੰ ਵੀ ਦੋਸਤ ਬਣਾ ਲੈਂਦੇ ਸਨ। ਮਿਸਾਲ ਲਈ, ਜਦੋਂ ਕੋਈ ਪਾਠਕ ਖਿੱਚ ਕੇ ਉਹਨਾਂ ਲਿਖਦਾ ਸੀ ਉਹ ਉਹਨਾਂ ਦੇ ਫਲਾਣੇ ਲੇਖ ਵਿੱਚ ਵਿਅਕਤ ਵਿਚਾਰਾਂ ਨਾਲ ਸਹਿਮਤ ਨਹੀਂ ਹੈ, ਤਾਂ ਅੰਤ ਵਿੱਚ ਉਹ ਲਿਖਦਾ ਸੀ ਕਿ ਉਸ ਦੀਆਂ ਨਜ਼ਰਾਂ ਵਿੱਚ ਲੇਖਕ ਫਲਾਨਾ ਠਿਕਾਣਾ ਹੈ, ਤਾਂ ਐਲਬਰਟ ਹਵਾਰਡ ਉਸ ਦੇ ਖੱਤ ਦਾ ਜਵਾਬ ਕੁਝ ਇਸ ਤਰ੍ਹਾਂ ਦਿੰਦੇ ਸਨ। ਜੇਕਰ ਸੋਚਿਆ ਜਾਏ ਤਾਂ ਮੈਂ ਵੀ ਅੱਜ ਦੀ ਤਰੀਕ ਵਿੱਚ ਆਪਣੇ ਉਸ ਲੇਖ ਦੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ। ਇੱਕ ਦਿਨ ਮੈਂ ਜਿਹੜਾ ਲਿਖਦਾ ਹਾਂ, ਅਗਲੇ ਦਿਨ ਮੈਨੂੰ ਆਪਣੇ ਆਪ ਹੀ ਚੰਗਾ ਨਹੀਂ ਲੱਗਦਾ। ਮੈਨੂੰ ਇਸ ਵਿਸ਼ੇ ਉੱਤੇ ਤੁਹਾਡੇ ਵਿਚਾਰ ਜਾਣ ਕੇ ਬਹੁਤ ਖੁਸ਼ੀ ਹੋਈ। ਅਗਲੀ ਵਾਰ ਤੁਸੀਂ ਜਦੋਂ ਵੀ ਇਸ ਪਾਸੇ ਆਓ ਤਾਂ ਅਸੀਂ ਮਿਲ ਕੇ ਇਸ ਬਾਰੇ ਵਿਸਥਾਰ ਨਾਲ ਚਰਚਾ ਕਰ ਸਕਦੇ ਹਾਂ, ਅਤੇ ਹਾਲ ਫਿਲਹਾਲ ਤਾਂ ਮੀਲਾਂ ਦੂਰ ਤੋਂ ਮੈਂ ਤੁਹਾਡੇ ਨਾਲ ਹੱਥ ਮਿਲਾਉਣਾ ਚਾਹੁੰਦਾ ਹਾਂ। ਤੁਹਾਡਾ ਹਿੱਤੂ। ਜਿਹੜਾ ਵਿਅਕਤੀ ਖੱਤ ਦਾ ਇਸ ਤਰ੍ਹਾਂ ਜਵਾਬ ਦੇਵੇ ਉਸ ਦੇ ਬਾਰੇ ਤੁਸੀਂ ਕੀ ਕਹਿ ਸਕਦੇ ਹੋ? ਜਦੋਂ ਅਸੀਂ ਸਹੀ ਹੁੰਦੇ ਹਾਂ ਤਾਂ ਸਾਡਾ ਯਤਨ ਇਹ ਹੋਣਾ ਚਾਹੀਦਾ ਕਿ ਅਸੀਂ ਹੌਲੀ ਦੇ ਕੇ ਅਤੇ ਕੂਟਨੀਤੀ ਨਾਲ ਲੋਕਾਂ ਕੋਲੋਂ ਆਪਣੀਆਂ ਗੱਲਾਂ ਮਨਵਾਉਣ ਦਾ ਯਤਨ ਕਰੀਏ, ਤੇ ਜਦੋਂ ਅਸੀਂ ਗਲਤ ਹੋਈਏ, ਜੇਕਰ ਅਸੀਂ ਆਪਣੇ ਆਪ ਪ੍ਰਤੀ ਪੂਰੀ ਤਰ੍ਹਾਂ ਇਮਾਨਦਾਰ ਰਹਾਂਗੇ ਅਤੇ ਇਹੋ ਜਿਹਾ ਹੈਰਾਨੀਕੁੰਨ ਤੌਰ ਤੇ ਅਤੇ ਅਕਸਰ ਹੋਵੇਗਾ, ਸਾਨੂੰ ਆਪਣੀਆਂ ਗਲਤੀਆਂ ਨੂੰ ਤੁਰੰਤ ਅਤੇ ਉਤਸ਼ਾਹ ਨਾਲ ਸਵੀਕਾਰ ਕਰ ਲੈਣਾ ਚਾਹੀਦਾ ਹੈ, ਤੇ ਇਸੇ ਤਕਨੀਕ ਨਾਲ ਨਾ ਸਿਰਫ ਹੈਰਾਨੀਕੁੰਨ ਨਤੀਜੇ ਮਿਲਣਗੇ, ਪਰੰਤੂ ਯਕੀਨ ਕਰੋ ਇਸ ਨਾਲ ਤੁਹਾਨੂੰ ਆਪਣੇ ਆਪ ਦਾ ਬਚਾਅ ਕਰਨ ਦੇ ਮੁਕਾਬਲੇ ਜ਼ਿਆਦਾ ਆਨੰਦ ਮਿਲੇਗਾ। ਪੁਰਾਣੇ ਮੁਹਾਵਰੇ ਨੂੰ ਯਾਦ ਕਰੋ, ਲੜਨ ਨਾਲ ਤੁਹਾਨੂੰ ਕਾਫੀ ਕੁਝ ਨਹੀਂ ਮਿਲਦਾ, ਪਰੰਤੂ ਹਾਰ ਮੰਨ ਲੈਣ ਨਾਲ ਤੁਹਾਨੂੰ ਆਸ ਤੋਂ ਜ਼ਿਆਦਾ ਮਿਲਦਾ ਹੈ। ਸਿਧਾਂਤ ਤੀਜਾ, ਜੇਕਰ ਤੁਸੀਂ ਗਲਤ ਹੋ ਤਾਂ ਤੁਰੰਤ ਅਤੇ ਪੂਰੀ ਤਰ੍ਹਾਂ ਆਪਣੀਆਂ ਗਲਤੀਆਂ ਨੂੰ ਮੰਨ ਲਓ। ਅਗਲਾ ਚੈਪਟਰ, ਸ਼ਹਿਦ ਦੀ ਬੂੰਦ। ਜੇਕਰ ਤੁਸੀਂ ਗੁੱਸੇ ਹੋ, ਜੇਕਰ ਤੁਸੀਂ ਸਾਹਮਣੇ ਵਾਲੇ ਨੂੰ 2-4 ਗੱਲਾਂ ਸੁਣਾ ਦਿੰਦੇ ਹੋ ਤਾਂ ਇਸ ਨਾਲ ਤੁਹਾਡੇ ਦਿਲ ਦੀ ਭੜਾਸ ਤਾਂ ਨਿਕਲ ਆਏਗੀ, ਪਰੰਤੂ ਸਾਹਮਣੇ ਵਾਲੇ ਉੱਪਰ ਕੀ ਗੁਜ਼ਰੇਗੀ? ਕਿ ਸਾਹਮਣੇ ਵਾਲੇ ਨੂੰ ਵੀ ਤੁਹਾਡੇ ਜਿੰਨੀ ਖੁਸ਼ੀ ਮਿਲੇਗੀ ਕਿ ਤੁਹਾਡੇ ਲੜਾਕੇ ਲਹਿਜੇ ਨਾਲ, ਤੁਹਾਡੇ ਵਿਰੋਧੀ ਰਵੱਈਏ ਨਾਲ, ਕਿ ਉਹ ਤੁਹਾਡੀ ਗੱਲ ਮੰਨ ਲਵੇਗਾ। ਵੁਡਰੋ ਵਿਲਸਨ ਨੇ ਕਿਹਾ ਸੀ, ਜੇਕਰ ਤੁਸੀਂ ਮੇਰੇ ਵੱਲ ਮੁੱਕਾ ਤਾਣਦੇ ਆਉਂਦੇ ਹੋ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੈਂ ਵੀ ਆਪਦਾ ਮੁੱਕਾ ਤਾਣ ਲਵਾਂਗਾ, ਪਰੰਤੂ ਜੇਕਰ ਤੁਸੀਂ ਸ਼ਾਂਤੀ ਨਾਲ ਆ ਕੇ ਮੈਨੂੰ ਇਹ ਕਹਿੰਦੇ ਹੋ ਕਿ ਚਲੋ ਅਸੀਂ ਮਿਲ ਬੈਠ ਕੇ ਚਰਚਾ ਕਰਦੇ ਹਾਂ, ਤੇ ਜੇਕਰ ਸਾਡੇ ਵਿਚਕਾਰ ਕੁਝ ਵਖਰੇਵੇਂ ਹਨ ਤਾਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਕਿਹੜੇ-ਕਿਹੜੇ ਮੁੱਦਿਆਂ 'ਤੇ ਵਖਰੇਵਾਂ ਹੈ, ਤਾਂ ਸਾਨੂੰ ਛੇਤੀ ਹੀ ਪਤਾ ਚੱਲ ਜਾਵੇਗਾ ਕਿ ਬਹੁਤ ਸਾਰੇ ਮੁੱਦਿਆਂ ਉੱਤੇ ਸਾਡੇ ਵਿਚਾਰ ਇੱਕ ਸਮਾਨ ਹਨ ਤੇ ਸਾਡੇ ਵਿਚਕਾਰ ਬਹੁਤ ਘੱਟ ਮੁੱਦਿਆਂ ਉੱਪਰ ਵਖਰੇਵੇਂ ਵੀ ਹਨ। ਤੇ ਜੇਕਰ ਸਾਡੇ ਅੰਦਰ ਧੀਰਜ ਹੋਵੇ, ਸਪਸ਼ਟਤਾ ਨਾਲ ਭਾਵਨਾਵਾਂ ਵਿਅਕਤ ਕਰਨ ਦੀ ਇੱਛਾ ਹੋਵੇ ਤੇ ਅਸੀਂ ਮਿਲ ਬੈਠ ਕੇ ਚਰਚਾ ਕਰਨ ਲਈ ਤਿਆਰ ਹੋਈਏ, ਤਾਂ ਅਸੀਂ ਆਪਣੇ ਵਖਰੇਵਿਆਂ ਨੂੰ ਵੀ ਦੂਰ ਕਰ ਲਵਾਂਗੇ। ਵੁਡਰੋ ਵਿਲਸਨ ਦੀ ਇਸ ਗੱਲ ਦਾ ਜੌਨ ਡੀ ਰੌਕਫੈਲਰ ਜੂਨੀਅਰ ਕੋਲੋਂ ਕੋਈ ਹੋਰ ਚੰਗਾ ਉਦਾਹਰਨ ਨਹੀਂ ਹੋ ਸਕਦਾ। 1915 ਵਿੱਚ ਰੌਕਫੈਲਰ ਨੂੰ ਕਲਰੈਡੋ ਅੰਦਰ ਨਫ਼ਰਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਸੀ। 2 ਸਾਲਾਂ ਤੋਂ ਰੌਕਫੈਲਰ ਦੀ ਕੰਪਨੀ ਵਿੱਚ ਹੜਤਾਲ ਚੱਲ ਰਹੀ ਸੀ। ਇਹ ਅਮਰੀਕੀ ਉਦਯੋਗ ਦੇ ਇਤਿਹਾਸ ਅੰਦਰ ਸਭ ਤੋਂ ਖੂਨੀ ਹੜਤਾਲ ਸੀ। ਗੁੱਸੇ ਤੋਂ ਬੁਖਲਾਏ ਮਜ਼ਦੂਰ ਕਲੋਰਾਡੋ ਫਿਊਲ ਐਂਡ ਆਇਰਨ ਕੰਪਨੀ ਤੋਂ ਜ਼ਿਆਦਾ ਤਨਖਾਹ ਦੀ ਮੰਗ ਕਰ ਰਹੇ ਸਨ। ਰੌਕਫੈਲਰ ਦੇ ਹੱਥਾਂ ਵਿੱਚ ਉਸ ਕੰਪਨੀ ਦੀ ਬਾਗਡੋਰ ਸੀ। ਮਜ਼ਦੂਰਾਂ ਨੇ ਮਸ਼ੀਨਾਂ ਅਤੇ ਇਮਾਰਤਾਂ ਅੰਦਰ ਤੋੜ-ਫੋੜ ਕਰ ਦਿੱਤੀ ਤੇ ਪੁਲਿਸ ਨੂੰ ਬੁਲਾਉਣਾ ਪਿਆ। ਕਾਫੀ ਖੂਨ ਖਰਾਬਾ ਹੋਇਆ। ਹੜਤਾਲ ਕਰਨ ਵਾਲੇ ਮਜ਼ਦੂਰਾਂ ਅਤੇ ਗੋਲੀਆਂ ਵੀ ਚਲਾਈਆਂ ਗਈਆਂ ਤੇ ਕਈ ਮਜ਼ਦੂਰ ਉਹਨਾਂ ਗੋਲੀਆਂ ਦਾ ਸ਼ਿਕਾਰ ਵੀ ਹੋਏ। ਇਹੋ ਜਿਹੇ ਵੇਲੇ ਜਦੋਂ ਹਵਾ ਅੰਦਰ ਇੰਨੀ ਨਫ਼ਰਤ ਫੈਲੀ ਹੋਈ ਸੀ, ਰੌਕਫੈਲਰ ਹੜਤਾਲ ਕਰਨ ਵਾਲਿਆਂ ਕੋਲੋਂ ਆਪਣੀਆਂ ਗੱਲਾਂ ਮਨਵਾਉਣਾ ਚਾਹੁੰਦੇ ਸਨ ਤੇ ਉਹਨਾਂ ਨੇ ਇਸ ਤਰ੍ਹਾਂ ਕਰ ਵੀ ਲਿਆ। ਕਿਵੇਂ? ਇਹ ਰਹੀ ਕਹਾਣੀ। ਦੋਸਤ ਬਣਾਉਣ ਵਿੱਚ ਕਈ ਹਫ਼ਤੇ ਲਾਉਣ ਤੋਂ ਬਾਅਦ ਰੌਕਫੈਲਰ ਨੇ ਹੜਤਾਲੀਆਂ ਦੇ ਪ੍ਰਤੀਨਿਧੀਆਂ ਨੂੰ ਸੰਬੋਧਨ ਕੀਤਾ ਤੇ ਉਹਨਾਂ ਦਾ ਇਹ ਭਾਸ਼ਣ ਇੱਕ ਮਾਸਟਰਪੀਸ ਹੈ। ਇਸ ਦੇ ਹੈਰਾਨੀਜਨਕ ਨਤੀਜੇ ਨਿਕਲੇ। ਇਸ ਨਾਲ ਨਫ਼ਰਤ ਦੀ ਉਹ ਤੂਫਾਨੀ ਲਹਿਰਾਂ ਸ਼ਾਂਤ ਹੋ ਗਈਆਂ ਜਿਹੜੀਆਂ ਰੌਕਫੈਲਰ ਨੂੰ ਡੋਬਣ ਦਾ ਇਰਾਦਾ ਰੱਖਦੀਆਂ ਸਨ। ਇਸ ਭਾਸ਼ਣ ਨਾਲ ਉਹਨਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੱਧ ਗਈ ਤੇ ਇਸ ਵਿੱਚ ਤੱਥਾਂ ਨੂੰ ਇਸ ਢੰਗ ਨਾਲ ਪੇਸ਼ ਕੀਤਾ ਗਿਆ ਸੀ ਕਿ ਹੜਤਾਲ ਕਰਨ ਵਾਲੇ ਵਰਕਰ ਚੁੱਪਚਾਪ ਆਪਣੇ ਕੰਮਾਂ 'ਤੇ ਵਾਪਸ ਚਲੇ ਗਏ ਤੇ ਉਹਨਾਂ ਨੇ ਤਨਖਾਹ ਵਧਾਉਣ ਬਾਰੇ ਇੱਕ ਸ਼ਬਦ ਵੀ ਨਹੀਂ ਕਿਹਾ, ਜਿਸ ਗੱਲ ਨੂੰ ਲੈ ਕੇ ਇੰਨਾ ਹੰਗਾਮਾ ਹੋਇਆ ਸੀ। ਇਸ ਇਤਿਹਾਸਕ ਭਾਸ਼ਣ ਦੀ ਸ਼ੁਰੂਆਤ ਅੱਗੇ ਦਿੱਤੀ ਗਈ ਹੈ। ਇਹ ਦੇਖੋ ਕਿ ਇਸ ਵਿੱਚ ਇੱਕ ਦੋਸਤੀ ਦੀ ਝਲਕ ਹੈ। ਰੌਕਫੈਲਰ ਉਹਨਾਂ ਲੋਕਾਂ ਨਾਲ ਗੱਲਾਂ ਕਰ ਰਹੇ ਸਨ ਜਿਹੜੇ ਕੁਝ ਦਿਨ ਪਹਿਲਾਂ ਉਹਨਾਂ ਦਾ ਗਲਾ ਘੋਟ ਦੇਣ ਦਾ ਇਰਾਦਾ ਰੱਖਦੇ ਸਨ ਤੇ ਇਹ ਚਾਹੁੰਦੇ ਸਨ ਕਿ ਉਹਨਾਂ ਨੂੰ ਕਿਸੇ ਦਰਖਤ ਉੱਤੇ ਫਾਂਸੀ ਲਾ ਕੇ ਮਾਰ ਦਿੱਤਾ ਜਾਏ। ਪਰੰਤੂ ਰੌਕਫੈਲਰ
ਇੰਨੇ ਜ਼ਿਆਦਾ ਦੋਸਤਾਨਾ ਸਨ, ਇੰਨੇ ਜ਼ਿਆਦਾ ਉਦਾਰ ਸਨ ਕਿ ਮੰਨੋ ਉਹ ਮੈਡੀਕਲ ਮਸ਼ੀਨਰੀਜ਼ ਨੂੰ ਸੰਬੋਧਨ ਕਰ ਰਹੇ ਹੋਣ। ਉਹਨਾਂ ਦੇ ਭਾਸ਼ਣ ਅੰਦਰ ਇਸ ਤਰ੍ਹਾਂ ਦੇ ਵਾਕ ਸਨ, ਮੈਨੂੰ ਮਾਣ ਹੈ ਕਿ ਮੈਂ ਇੱਥੇ ਹਾਂ, ਮੈਂ ਤੁਹਾਡੇ ਘਰਾਂ ਅੰਦਰ ਮਹਿਮਾਨ ਬਣ ਕੇ ਗਿਆ ਸੀ, ਮੈਂ ਤੁਹਾਡੀਆਂ ਪਤਨੀਆਂ ਅਤੇ ਬੱਚਿਆਂ ਨੂੰ ਮਿਲ ਚੁੱਕਿਆ ਹਾਂ, ਅਸੀਂ ਇੱਥੇ ਬਗਾਨਿਆਂ ਵਾਂਗ ਨਹੀਂ ਬਲਕਿ ਦੋਸਤਾਂ ਵਾਂਗ ਮਿਲ ਰਹੇ ਹਾਂ ਅਤੇ ਸਾਡੇ ਹਿੱਤ ਵੀ ਸਾਂਝੇ ਹਨ ਅਤੇ ਤੁਹਾਡੀ ਨਿਮਰਤਾ ਕਾਰਨ ਮੈਂ ਇੱਥੇ ਹਾਂ। ਰੌਕਫੈਲਰ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੁਝ ਇਸ ਤਰ੍ਹਾਂ ਕੀਤੀ, ਮੇਰੇ ਜੀਵਨ ਦਾ ਇਹ ਮਹੱਤਵਪੂਰਨ ਦਿਨ ਹੈ। ਪਹਿਲੀ ਵਾਰ ਮੈਨੂੰ ਇਸ ਮਹਾਨ ਕੰਪਨੀ ਦੇ ਵਰਕਰਾਂ ਅਤੇ ਪ੍ਰਤੀਨਿਧੀਆਂ ਨਾਲ ਮਿਲਣ ਦਾ ਮੌਕਾ ਮਿਲ ਰਿਹਾ ਹੈ। ਮੈਨੂੰ ਤੁਹਾਨੂੰ ਮਿਲਣ ਨਾਲ ਮਾਣ ਦਾ ਅਨੁਭਵ ਹੋਇਆ ਤੇ ਮੈਂ ਇਸ ਮੁਲਾਕਾਤ ਨੂੰ ਸਾਰੀ ਜ਼ਿੰਦਗੀ ਨਹੀਂ ਭੁੱਲਾਂਗਾ। ਜੇਕਰ ਇਹ ਮੀਟਿੰਗ 2 ਹਫ਼ਤੇ ਪਹਿਲਾਂ ਹੋਈ ਹੁੰਦੀ ਤਾਂ ਮੈਂ ਇੱਥੇ ਤੁਹਾਡੇ ਸਾਹਮਣੇ ਕਿਸੇ ਅਜਨਬੀ ਵਾਂਗ ਖੜਿਆ ਹੁੰਦਾ ਤੇ ਕੇਵਲ ਕੁਝ ਹੀ ਲੋਕਾਂ ਨੂੰ ਪਛਾਣ ਪਾਉਂਦਾ। ਪਿਛਲੇ ਹਫ਼ਤੇ ਮੈਂ ਦੱਖਣੀ ਕੋਲਾਂ ਖੇਤਰ ਦੇ ਸਾਰੇ ਕੈਂਪ ਘੁੰਮ ਚੁੱਕਿਆ ਹਾਂ। ਮੈਂ ਤੁਹਾਡੇ ਸਾਰਿਆਂ ਦੇ ਘਰਾਂ ਵਿੱਚ ਜਾ ਕੇ ਤੁਹਾਡੇ ਸਾਰਿਆਂ ਨਾਲ ਨਿੱਜੀ ਤੌਰ 'ਤੇ ਮਿਲਿਆ ਹਾਂ। ਮੈਂ ਤੁਹਾਡੇ ਬੀਵੀ ਬੱਚਿਆਂ ਨਾਲ ਵੀ ਮਿਲਿਆ ਹਾਂ। ਅਸੀਂ ਇੱਥੇ ਬਗਾਨਿਆਂ ਵਾਂਗ ਨਹੀਂ ਬਲਕਿ ਦੋਸਤਾਂ ਵਾਂਗ ਮਿਲੇ ਹਾਂ। ਮੈਂ ਇਸੇ ਦੋਸਤਾਨਾ ਮਾਹੌਲ ਅੰਦਰ ਤੁਹਾਡੇ ਅਤੇ ਆਪਣੇ ਸਾਂਝੇ ਹਿੱਤਾਂ ਸੰਬੰਧੀ ਕੁਝ ਚਰਚਾ ਕਰਨੀ ਚਾਹੁੰਦਾ ਕਿਉਂਕਿ ਇਹ ਕੰਪਨੀ ਦੇ ਅਫਸਰਾਂ ਅਤੇ ਕਰਮਚਾਰੀਆਂ ਦੇ ਪ੍ਰਤੀਨਿਧੀਆਂ ਦੀ ਮੀਟਿੰਗ ਹੈ। ਇਸ ਲਈ ਤੁਹਾਡੀ ਨਿਮਰਤਾ ਕਾਰਨ ਹੀ ਮੈਂ ਇੱਥੇ ਹਾਂ ਕਿਉਂਕਿ ਮੈਂ ਬਦਕਿਸਮਤੀ ਨਾਲ ਇਹਨਾਂ ਦੋਨਾਂ ਸ਼੍ਰੇਣੀਆਂ ਅੰਦਰ ਨਹੀਂ ਆਉਂਦਾ, ਪਰੰਤੂ ਮੈਨੂੰ ਲੱਗਦਾ ਹੈ ਕਿ ਮੈਂ ਤੁਸੀਂ ਲੋਕਾਂ ਨਾਲ ਨਿੱਘੇ ਤੌਰ 'ਤੇ ਜੁੜਿਆ ਹਾਂ ਤੇ ਇਸ ਤਰ੍ਹਾਂ ਦੇ ਸਟਾਕ ਹੋਲਡਰਾਂ ਅਤੇ ਡਾਇਰੈਕਟਰਾਂ ਦਾ ਵੀ ਪ੍ਰਤੀਨਿਧੀ ਹਾਂ। ਕੀ ਇਹ ਵੈਰੀਆਂ ਨੂੰ ਦੋਸਤ ਬਣਾਉਣ ਦੀ ਕਲਾ ਦਾ ਇੱਕ ਬਿਹਤਰੀਨ ਉਦਾਹਰਨ ਨਹੀਂ? ਮੰਨ ਲਓ ਰੌਕਫੈਲਰ ਨੇ ਦੂਜੀ ਹੀ ਸ਼ੈਲੀ ਅੰਦਰ ਗੱਲ ਕੀਤੀ ਹੁੰਦੀ। ਮੰਨ ਲਓ ਉਹਨਾਂ ਨੇ ਹੜਤਾਲੀਆਂ ਨੂੰ ਦੋਸ਼ੀ ਠਹਿਰਾਇਆ ਹੁੰਦਾ, ਉਹਨਾਂ ਸਾਹਮਣੇ ਵਿਨਾਸ਼ਕਾਰੀ ਤੱਥ ਪ੍ਰਗਟ ਕੀਤੇ ਹੁੰਦੇ, ਉਹਨਾਂ ਨੂੰ ਧਮਕਾਇਆ ਹੁੰਦਾ। ਮੰਨ ਲਓ ਉਹਨਾਂ ਨੇ ਆਪਣੀ ਆਵਾਜ਼ ਦੀ ਟੋਨ ਨਾਲ ਤਾਨੇ ਮਾਰਦਿਆਂ ਦੱਸਿਆ ਹੁੰਦਾ ਕਿ ਉਹ ਗਲਤ ਸਨ। ਮੰਨ ਲਓ ਉਹਨਾਂ ਨੇ ਤਰਕ ਸ਼ਾਸਤਰ ਦੇ ਸਾਰੇ ਨਿਯਮਾਂ ਦਾ ਪ੍ਰਯੋਗ ਕਰਦਿਆਂ ਇਹ ਸਾਬਤ ਕਰ ਦਿੱਤਾ ਹੁੰਦਾ ਕਿ ਮਜ਼ਦੂਰ ਗਲਤ ਸਨ, ਤਾਂ ਕੀ ਹੁੰਦਾ? ਇਸ ਦਾ ਨਤੀਜਾ ਇਹ ਹੁੰਦਾ ਕਿ ਦੋਵੇਂ ਹੀ ਪੱਖਾਂ ਅੰਦਰ ਤਣਾਅ ਵੱਧਦਾ, ਨਫ਼ਰਤ ਵੱਧਦੀ, ਬਗਾਵਤ ਵੱਧਦੀ। ਜੇਕਰ ਮਨੁੱਖ ਦੇ ਦਿਲ ਅੰਦਰ ਤੁਹਾਡੇ ਪ੍ਰਤੀ ਚੁਭਵੀਂ ਅਣਬਣ ਅਤੇ ਮਾੜੀਆਂ ਭਾਵਨਾਵਾਂ ਹਨ ਤਾਂ ਤੁਸੀਂ ਤਰਕਾਂ ਦੇ ਸਹਾਰੇ ਉਸ ਨਾਲ ਆਪਣੀਆਂ ਗੱਲਾਂ ਨਹੀਂ ਮਨਵਾ ਸਕਦੇ। ਝਿੜਕਣ ਵਾਲੇ ਮਾਂ-ਪਿਓ, ਫਟਕਾਰਨ ਵਾਲੇ ਬੌਸ ਅਤੇ ਪਤੀ, ਟੋਕਣ ਵਾਲੀਆਂ ਪਤਨੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਲੋਕ ਆਪਣੇ ਵਿਚਾਰ ਬਦਲਣਾ ਨਹੀਂ ਚਾਹੁੰਦੇ। ਸ਼ਕਤੀ ਦੇ ਪ੍ਰਯੋਗ ਰਾਹੀਂ ਉਹਨਾਂ ਨੂੰ ਇਸ ਗੱਲ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਕਿ ਉਹ ਤੁਹਾਡੇ ਜਾਂ ਮੇਰੇ ਨਾਲ ਸਹਿਮਤ ਹੋ ਜਾਣ, ਪਰੰਤੂ ਜੇਕਰ ਅਸੀਂ ਉਹਨਾਂ ਪ੍ਰਤੀ ਨਿਮਰ ਅਤੇ ਦੋਸਤਾਨਾ ਵਿਵਹਾਰ ਕਰੀਏ ਤਾਂ ਸ਼ਾਇਦ ਅਸੀਂ ਉਹਨਾਂ ਕੋਲੋਂ ਆਪਣੀ ਗੱਲ ਮਨਵਾ ਸਕਾਂਗੇ। ਲਿੰਕਨ ਨੇ ਇਹ ਗੱਲ 100 ਸਾਲ ਪਹਿਲਾਂ ਕਹੀ ਸੀ। ਇਹ ਰਹੇ ਉਹਨਾਂ ਦੇ ਸ਼ਬਦ। ਇੱਕ ਪੁਰਾਣਾ ਅਤੇ ਸੱਚਾ ਕਹਾਵਤ ਹੈ, ਇੱਕ ਗੇਲਨ ਸਿਰਕੇ ਦੀ ਬਜਾਏ ਸ਼ਹਿਦ ਦੀ ਇੱਕ ਬੂੰਦ ਨਾਲ ਜ਼ਿਆਦਾ ਮੱਖੀਆਂ ਫੜੀਆਂ ਜਾ ਸਕਦੀਆਂ। ਇਸੇ ਤਰ੍ਹਾਂ ਜੇਕਰ ਤੁਸੀਂ ਕਿਸੇ ਦਾ ਦਿਲ ਜਿੱਤਣਾ ਚਾਹੁੰਦੇ ਹੋ, ਉਸ ਨੂੰ ਆਪਣੇ ਪੱਖ ਵਿੱਚ ਕਰਨਾ ਚਾਹੁੰਦੇ ਹੋ, ਪਹਿਲਾਂ ਉਸ ਨੂੰ ਅਹਿਸਾਸ ਦਿਵਾਓ ਕਿ ਤੁਸੀਂ ਉਸ ਦੇ ਮਿੱਤਰ ਹੋ। ਇਹੀ ਉਹ ਸ਼ਹਿਦ ਦੀ ਬੂੰਦ ਹੈ ਜਿਹੜੀ ਉਸ ਦੇ ਦਿਲ ਨੂੰ ਜਕੜ ਲਵੇਗੀ ਅਤੇ ਇਹੀ ਉਹ ਮਹਾਨ ਰਾਹ ਹੈ ਜਿਸ ਰਾਹੀਂ ਤੁਸੀਂ ਉਸ ਦੇ ਵਿਚਾਰਾਂ ਨੂੰ ਵੀ ਬਦਲ ਸਕਦੇ ਹੋ। ਬਿਜ਼ਨਸ ਐਗਜ਼ੀਕਿਊਟਿਵ ਜਾਣ ਚੁੱਕੇ ਨੇ ਕਿ ਹੜਤਾਲੀਆਂ ਪ੍ਰਤੀ ਦੋਸਤਾਨਾ ਰਵੱਈਏ ਨਾਲ ਫਾਇਦਾ ਹੁੰਦਾ। ਮਿਸਾਲ ਲਈ ਵਾਈਟ ਮੋਟਰ ਕੰਪਨੀ ਦੇ 2500 ਕਰਮਚਾਰੀ ਜਦੋਂ ਤਨਖਾਹ ਵਧਾਉਣ ਲਈ ਯੂਨੀਅਨ ਸ਼ਾਪ ਦੀ ਮੰਗ ਨੂੰ ਲੈ ਕੇ ਹੜਤਾਲ ਉੱਤੇ ਗਏ ਤਾਂ ਕੰਪਨੀ ਦੇ ਪ੍ਰੈਜ਼ੀਡੈਂਟ ਰੌਬਰਟ ਆਫ ਬਲੈਕ ਨੇ ਆਪਣਾ ਆਪਾ ਨਹੀਂ ਖੋਇਆ। ਉਹਨਾਂ ਨੇ ਉਹਨਾਂ ਦੀ ਆਲੋਚਨਾ ਨਹੀਂ ਕੀਤੀ, ਉਹਨਾਂ ਨੂੰ ਡਰਾਇਆ ਨਹੀਂ, ਧਮਕਾਇਆ ਨਹੀਂ। ਉਹਨਾਂ ਨੇ ਕਮਿਊਨਿਸਟਾਂ ਜਾਂ ਤਾਨਾਸ਼ਾਹੀਆਂ ਦਾ ਜ਼ਿਕਰ ਨਹੀਂ ਕੀਤਾ। ਇਸ ਦੀ ਬਜਾਏ ਉਹਨਾਂ ਨੇ ਦਰਅਸਲ ਹੜਤਾਲੀਆਂ ਦੀ ਤਾਰੀਫ ਕੀਤੀ। ਉਹਨਾਂ ਨੇ ਕਲੀਵਲੈਂਡ ਦੇ ਅਖਬਾਰਾਂ ਵਿੱਚ ਇੱਕ ਵਿਗਿਆਪਨ ਪ੍ਰਕਾਸ਼ਿਤ ਕਰਵਾਇਆ ਜਿਸ ਵਿੱਚ ਹੜਤਾਲੀਆਂ ਦੇ ਸ਼ਾਂਤੀਪੂਰਨ ਤਰੀਕਿਆਂ ਨਾਲ ਹੜਤਾਲ ਕਰਨ ਲਈ ਉਹਨਾਂ ਦੀ ਤਾਰੀਫ ਕੀਤੀ ਗਈ ਸੀ। ਹੜਤਾਲੀਆਂ ਨੂੰ ਬੇਕਾਰ ਬੈਠੇ ਦੇਖ ਕੇ ਉਹਨਾਂ ਨੇ ਉਹਨਾਂ ਲਈ 2 ਦਰਜਨ ਬੇਸਬਾਲ ਬੈਟ ਅਤੇ ਗਲਵਜ਼ ਵੀ ਖਰੀਦ ਲਏ। ਉਹਨਾਂ ਨੂੰ ਖਾਲੀ ਥਾਵਾਂ 'ਤੇ ਬੇਸਬਾਲ ਖੇਡਣ ਦਾ ਸੁਝਾਅ ਦਿੱਤਾ। ਬੋਲਿੰਗ ਵਿੱਚ ਰੁਚੀ ਰੱਖਣ ਵਾਲਿਆਂ ਲਈ ਉਹਨਾਂ ਨੇ ਇੱਕ ਬੋਲਿੰਗ ਐਲੀ ਨੂੰ ਕਿਰਾਏ ਉੱਤੇ ਵੀ ਲੈ ਲਿਆ ਅਤੇ ਮਜ਼ਦੂਰਾਂ ਨੂੰ ਉੱਥੇ ਖੇਡਣ ਦਾ ਸੱਦਾ ਦਿੱਤਾ। ਬਲੈਕ ਦੀ ਦੋਸਤਾਨਾ ਪਹਿਲ ਦਾ ਉਹੀ ਅਸਰ ਹੋਇਆ ਜਿਵੇਂ ਇਸ ਦਾ ਅਸਰ ਹਮੇਸ਼ਾ ਹੁੰਦਾ। ਇਸ ਦੇ ਜਵਾਬ ਵਿੱਚ ਕਰਮਚਾਰੀਆਂ ਨੇ ਵੀ ਦੋਸਤਾਨਾ ਜਵਾਬ ਦਿੱਤਾ। ਹੜਤਾਲੀਆਂ ਨੇ ਬੇਲਚੇ ਫਾਵੜੇ ਚੁੱਕ ਕੇ ਫੈਕਟਰੀ ਦੇ ਚਾਰੇ ਪਾਸਿਓਂ ਜਮ੍ਹਾਂ ਕਾਗਜ਼, ਮਾਚਿਸ, ਸਿਗਰਟ ਦੇ ਠੂਠਿਆਂ ਦਾ ਕੂੜਾ ਸਾਫ਼ ਕਰ ਦਿੱਤਾ। ਕਲਪਨਾ ਕਰੋ ਕਿ ਹੜਤਾਲ 'ਤੇ ਗਏ ਕਰਮਚਾਰੀ ਜ਼ਿਆਦਾ ਤਨਖਾਹ ਅਤੇ ਯੂਨੀਅਨ ਦੀ ਮਾਨਤਾ ਲਈ ਸੰਘਰਸ਼ ਕਰਦਿਆਂ ਫੈਕਟਰੀ ਦੇ ਆਲੇ ਦੁਆਲੇ ਜਮ੍ਹਾਂ ਕੂੜੇ ਨੂੰ ਸਾਫ਼ ਕਰ ਰਹੇ ਸਨ। ਇਸ ਤਰ੍ਹਾਂ ਦੀ ਘਟਨਾ ਅਮਰੀਕਨ ਉਦਯੋਗਿਕ ਹੜਤਾਲਾਂ ਦੇ ਲੰਮੇ ਅਤੇ ਤੂਫਾਨੀ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਸੀ ਹੋਈ। ਇਹ ਹੜਤਾਲ ਇੱਕ ਹਫ਼ਤੇ ਅੰਦਰ ਸਮਾਪਤ ਹੋ ਗਈ ਅਤੇ ਕੁੜੱਤਣ ਜਾਂ ਤਣਾਅ ਪੈਦਾ ਹੋਣ ਦਾ ਸਵਾਲ ਹੀ ਨਹੀਂ ਸੀ ਉੱਠਦਾ।
ਡੇਨੀਅਲ ਵੈਬਸਟਰ, ਜਿਹੜੇ ਰੱਬ ਵਾਂਗ ਦਿਖਦੇ ਸਨ, ਦੇਵਦੂਤਾਂ ਵਾਂਗ ਗੱਲਾਂ ਕਰਦੇ ਸਨ, ਦੁਨੀਆ ਦੇ ਮਹਾਨ ਵਕੀਲਾਂ ਵਿੱਚੋਂ ਇੱਕ ਸਨ, ਪਰੰਤੂ ਉਹ ਆਪਣੇ ਸ਼ਸ਼ਕਤ ਤਰਕਾਂ ਨੂੰ ਇਸ ਤਰ੍ਹਾਂ ਦੀਆਂ ਦੋਸਤਾਨਾ ਟਿੱਪਣੀਆਂ ਤੋਂ ਸ਼ੁਰੂ ਕਰਦੇ ਸਨ। ਜੂਰੀ ਨੂੰ ਇਸ ਗੱਲ ਉੱਪਰ ਧਿਆਨ ਦੇਣਾ ਚਾਹੀਦਾ ਹੈ। ਸ਼ਾਇਦ ਇਸ ਤੋਂ ਪਤਾ ਚੱਲਦਾ ਹੈ, ਜਾਂ ਸਾਨੂੰ ਇਹਨਾਂ ਤੱਥਾਂ ਨੂੰ ਭੁੱਲਣਾ ਨਹੀਂ ਚਾਹੀਦਾ। ਤੁਹਾਡੇ ਵਰਗੇ ਸਿਆਣੇ ਲੋਕ ਆਸਾਨੀ ਨਾਲ ਇਹਨਾਂ ਤੱਥਾਂ ਦੇ ਮਹੱਤਵ ਨੂੰ ਸਮਝ ਸਕਦੇ ਹਨ। ਕਿਤੇ ਕੋਈ ਆਕਰਮਕਤਾ ਨਹੀਂ, ਕਿਤੇ ਕੋਈ ਦਬਾਅ ਨਹੀਂ, ਆਪਣੇ ਵਿਚਾਰਾਂ ਨੂੰ ਹੋਰਾਂ ਉੱਤੇ ਥੋਪਣ ਦਾ ਕੋਈ ਇਰਾਦਾ ਨਹੀਂ। ਵੈਬਸਟਰ ਦੀ ਇਸੇ ਦੋਸਤਾਨਾ, ਸ਼ਾਂਤ ਅਤੇ ਮਿੱਠ ਬੋਲਣੀ ਸ਼ੈਲੀ ਦਾ ਹੋਣ ਕਾਰਨ ਉਹ ਇੰਨੇ ਸਫਲ ਅਤੇ ਮਹਾਨ ਵਕੀਲ ਬਣ ਪਏ। ਹੋ ਸਕਦਾ ਕਿ ਤੁਹਾਡੇ ਜੀਵਨ ਵਿੱਚ ਹੜਤਾਲ ਨੂੰ ਤੋੜਨ ਜਾਂ ਕਿਸੇ ਮੁਕੱਦਮੇ ਦੀ ਪੈਰਵੀ ਕਰਨ ਦੀ ਨੌਬਤ ਨਾ ਆਵੇ। ਸ਼ਾਇਦ ਤੁਹਾਨੂੰ ਆਪਣਾ ਕਿਰਾਇਆ ਘੱਟ ਕਰਾਉਣਾ ਹੋਵੇ। ਕੀ ਉਦੋਂ ਇਹ ਦੋਸਤਾਨਾ ਸ਼ੈਲੀ ਤੁਹਾਡੇ ਕੰਮ ਆਵੇਗੀ? ਆਓ ਦੇਖਦੇ ਹਾਂ। O.L. ਸਟਰਾਬ ਇੱਕ ਇੰਜੀਨੀਅਰ ਸਨ। ਉਹ ਆਪਣੇ ਮਕਾਨ ਦਾ ਕਿਰਾਇਆ ਘੱਟ ਕਰਨਾ ਚਾਹੁੰਦੇ ਸਨ, ਪਰੰਤੂ ਉਹ ਇਹ ਵੀ ਜਾਣਦੇ ਸਨ ਕਿ ਉਹਨਾਂ ਨੂੰ ਮਕਾਨ ਮਾਲਕ ਬਹੁਤ ਡਾਢਾ ਸੀ। ਮਿਸਟਰ ਸਟਰਾਬ ਨੇ ਸਾਡੀ ਕਲਾਸ ਨੂੰ ਦੱਸਿਆ ਕਿ ਮੈਂ ਮਕਾਨ ਮਾਲਕ ਨੂੰ ਲਿਖ ਦਿੱਤਾ ਕਿ ਮੈਂ ਆਪਣੀ ਲੀਜ਼ ਖਤਮ ਹੁੰਦੇ ਹੀ ਮਕਾਨ ਖਾਲੀ ਕਰਨਾ ਚਾਹੁੰਦਾ। ਸੱਚੀ ਗੱਲ ਤਾਂ ਇਹ ਸੀ ਕਿ ਮੈਂ ਮਕਾਨ ਨਹੀਂ ਸੀ ਛੱਡਣਾ ਚਾਹੁੰਦਾ। ਜੇਕਰ ਮੇਰਾ ਕਿਰਾਇਆ ਘੱਟ ਹੋ ਜਾਂਦਾ ਤਾਂ ਮੈਂ ਖੁਸ਼ੀ-ਖੁਸ਼ੀ ਉੱਥੇ ਰਹਿੰਦਾ, ਪਰੰਤੂ ਇਸ ਦੀ ਸੰਭਾਵਨਾ ਕੋਈ ਨਹੀਂ ਸੀ। ਦੂਜੇ ਕਿਰਾਏਦਾਰਾਂ ਨੇ ਵੀ ਇਹੋ ਜਿਹੀਆਂ ਕੋਸ਼ਿਸ਼ਾਂ ਕੀਤੀਆਂ ਸਨ ਤੇ ਉਹ ਕਾਮਯਾਬ ਨਹੀਂ ਸੀ ਹੋਏ। ਸਾਰਿਆਂ ਨੇ ਮੈਨੂੰ ਇਹੀ ਕਿਹਾ ਕਿ ਮਕਾਨ ਮਾਲਕ ਤੋਂ ਕਿਰਾਇਆ ਘੱਟ ਕਰਾਉਣਾ ਤਕਰੀਬਨ ਅਸੰਭਵ ਹੈ, ਪਰੰਤੂ ਮੈਂ ਆਪਣੇ ਆਪ ਨੂੰ ਕਿਹਾ, ਮੈਂ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕਲਾ ਦਾ ਕੋਰਸ ਕਰ ਰਿਹਾ ਹਾਂ, ਇਸ ਲਈ ਮੈਂ ਆਪਣੇ ਮਕਾਨ ਮਾਲਕ ਉੱਤੇ ਕੁਝ ਸਿਧਾਂਤਾਂ ਦਾ ਪ੍ਰਯੋਗ ਕਰਕੇ ਦੇਖਾਂਗਾ ਤੇ ਉਹ ਸਿਧਾਂਤ ਕਿੰਨੇ ਕੁ ਕਾਰਗਰ ਹਨ। ਖੱਤ ਮਿਲਦੇ ਸਾਰ ਹੀ ਉਹ ਆਪਣੇ ਸੈਕਟਰੀ ਨੂੰ ਨਾਲ ਲੈ ਕੇ ਮੈਨੂੰ ਮਿਲਣ ਲਈ ਆਇਆ। ਮੈਂ ਦਰਵਾਜ਼ੇ ਉੱਤੇ ਦੋਸਤਾਨਾ ਢੰਗ ਨਾਲ ਸਵਾਗਤ ਕੀਤਾ। ਮੇਰੇ ਵਿਵਹਾਰ ਵਿੱਚ ਉਤਸ਼ਾਹ ਅਤੇ ਵਕਾਰ ਸਾਫ਼-ਸਾਫ਼ ਲਿਸ਼ਕਾਰੇ ਮਾਰ ਰਿਹਾ ਸੀ। ਮੈਂ ਇਹ ਨਹੀਂ ਕਿਹਾ ਕਿਰਾਇਆ ਬਹੁਤ ਜ਼ਿਆਦਾ ਸੀ। ਮੈਂ ਸ਼ੁਰੂਆਤ ਹੀ ਇੱਥੋਂ ਕੀਤੀ। ਮੈਂ ਉਸ ਦੇ ਘਰ ਨੂੰ ਕਿੰਨਾ ਪਸੰਦ ਕਰਦਾ ਸੀ। ਯਕੀਨ ਮੰਨੋ, ਮੈਂ ਉਸ ਦੇ ਮਕਾਨ ਦੀ ਦਿਲ ਖੋਲ੍ਹ ਕੇ ਤਾਰੀਫ ਕੀਤੀ। ਮੈਂ ਉਸ ਨੂੰ ਇਹ ਵੀ ਦੱਸਿਆ ਕਿ ਉਹ ਆਪਣੇ ਮਕਾਨ ਦੀ ਬਹੁਤ ਵਧੀਆ ਦੇਖਭਾਲ ਕਰਦਾ ਹੈ। ਇਸ ਤੋਂ ਬਾਅਦ ਮੈਂ ਉਸ ਨੂੰ ਦੱਸਿਆ ਕਿ ਦਰਅਸਲ ਮੈਂ ਅਗਲੇ ਸਾਲ ਇੰਨੇ ਚੰਗੇ ਮਕਾਨ ਅੰਦਰ ਰਹਿਣਾ ਚਾਹੁੰਦਾ ਸੀ, ਪਰੰਤੂ ਮੈਂ ਮਜਬੂਰ ਸੀ। ਮੈਂ ਇੰਨਾ ਕਿਰਾਇਆ ਨਹੀਂ ਦੇ ਸਕਦਾ। ਜ਼ਾਹਰ ਸੀ ਕਿ ਕੋਈ ਵੀ ਕਿਰਾਏਦਾਰ ਉਸ ਨਾਲ ਇਸ ਤਰ੍ਹਾਂ ਪੇਸ਼ ਨਹੀਂ ਸੀ ਆਇਆ। ਉਸ ਨੂੰ ਸਮਝ ਨਹੀਂ ਸੀ ਆ ਰਿਹਾ ਉਹ ਇਹੋ ਜਿਹੇ ਹਾਲਾਤ ਵਿੱਚ ਕੀ ਕਰੇ। ਉਸਨੇ ਮੈਨੂੰ ਆਪਣੀਆਂ ਮੁਸ਼ਕਲਾਂ ਬਾਰੇ ਦੱਸਿਆ। ਉਹ ਹਮੇਸ਼ਾ ਸ਼ਿਕਾਇਤਾਂ ਕਰਨ ਵਾਲੇ ਕਿਰਾਏਦਾਰਾਂ ਕੋਲੋਂ ਪਰੇਸ਼ਾਨ ਸੀ। ਇੱਕ ਕਿਰਾਏਦਾਰ ਨੇ ਤਾਂ ਉਸਨੂੰ 14 ਖੱਤ ਲਿਖੇ ਸਨ, ਜਿਨ੍ਹਾਂ ਵਿੱਚੋਂ ਕੁਝ ਤਾਂ ਬਦਤਮੀਜ਼ੀ ਨਾਲ ਭਰੇ ਸਨ। ਦੂਜੇ ਕਿਰਾਏਦਾਰ ਨੇ ਇਸ ਲਈ ਮਕਾਨ ਛੱਡਣ ਦੀ ਧਮਕੀ ਦਿੱਤੀ ਸੀ ਕਿਉਂਕਿ ਉੱਪਰਲੀ ਮੰਜ਼ਿਲ ਦਾ ਕਿਰਾਏਦਾਰ ਘਰਾੜੇ ਮਾਰਦਾ ਸੀ। ਉਸਨੇ ਕਿਹਾ, ਤੁਹਾਡੇ ਵਾਂਗ ਸੰਤੁਸ਼ਟ ਕਿਰਾਏਦਾਰ ਨੂੰ ਦੇਖ ਕੇ ਕਿੰਨਾ ਚੰਗਾ ਲੱਗਦਾ ਹੈ। ਫਿਰ ਉਸਨੇ ਬਿਨਾਂ ਮੇਰੇ ਕਹੇ ਕਿਰਾਏ ਨੂੰ ਥੋੜ੍ਹਾ ਘੱਟ ਕਰਨ ਦੀ ਪੇਸ਼ਕਸ਼ ਕੀਤੀ। ਮੈਂ ਜ਼ਿਆਦਾ ਕਟੌਤੀ ਚਾਹੁੰਦਾ ਸੀ, ਇਸ ਲਈ ਮੈਂ ਦੱਸ ਦਿੱਤਾ ਮੈਂ ਉਸਨੂੰ ਕਿੰਨਾ ਕਿਰਾਇਆ ਦੇ ਸਕਦਾ। ਉਸਨੇ ਬਗੈਰ ਵਿਰੋਧ ਕਰਦਿਆਂ ਮੇਰੀ ਗੱਲ ਮੰਨ ਲਈ। ਜਦੋਂ ਉਹ ਜਾਣ ਲੱਗਿਆ ਤਾਂ ਉਸਨੇ ਮੈਨੂੰ ਮੁੜ ਕੇ ਪੁੱਛਿਆ, ਤੁਸੀਂ ਆਪਣੇ ਮਕਾਨ ਵਿੱਚ ਕਿਸ ਤਰ੍ਹਾਂ ਦੀ ਸਜਾਵਟ ਪਸੰਦ ਕਰੋਗੇ? ਜੇਕਰ ਮੈਂ ਕਿਰਾਇਆ ਘੱਟ ਕਰਾਉਣ ਲਈ ਦੂਜੇ ਕਿਰਾਏਦਾਰਾਂ ਦੇ ਤਰੀਕਿਆਂ ਦਾ ਪ੍ਰਯੋਗ ਕੀਤਾ ਹੁੰਦਾ ਤਾਂ ਨਿਸ਼ਚਿਤ ਤੌਰ 'ਤੇ ਮੈਂ ਵੀ ਉਹਨਾਂ ਵਾਂਗ ਅਸਫਲ ਹੋਇਆ ਹੁੰਦਾ। ਦੋਸਤਾਨਾ, ਸਹਾਨੂਭੂਤੀਪੂਰਨ, ਪ੍ਰਸ਼ੰਸਾਤਮਕ ਤਰੀਕਿਆਂ ਨਾਲ ਹੀ ਮੈਂ ਸਫਲ ਹੋ ਪਾਇਆ। ਪੈਨਸਿਲਵੇਨੀਆ ਦੇ ਪਿਟਸਬਰਗ ਅੰਦਰ ਰਹਿਣ ਵਾਲੇ ਡੀਨ ਵੁੱਡਕੌਕ ਸਥਾਨੀ ਇਲੈਕਟ੍ਰਿਕ ਕੰਪਨੀ ਦੇ ਇੱਕ ਡਿਪਾਰਟਮੈਂਟ ਵਿੱਚ ਸੁਪਰਡੈਂਟ ਹਨ। ਉਹਨਾਂ ਦੇ ਸਟਾਫ ਨੂੰ ਇੱਕ ਖੰਭੇ 'ਤੇ ਲੱਗੇ ਕਿਸੇ ਉਪਕਰਨ ਦੀ ਮੁਰੰਮਤ ਕਰਨ ਦਾ ਕੰਮ ਦਿੱਤਾ ਗਿਆ। ਇਸ ਤਰ੍ਹਾਂ ਦਾ ਕੰਮ ਪਹਿਲਾਂ ਕਿਸੇ ਦੂਜੇ ਡਿਪਾਰਟਮੈਂਟ ਕੋਲ ਸੀ ਤੇ ਇਹ ਕੰਮ ਵੁੱਡਕੌਕ ਦੇ ਡਿਪਾਰਟਮੈਂਟ ਨੂੰ ਹੁਣੇ ਦਿੱਤਾ ਗਿਆ ਸੀ। ਹਾਲਾਂਕਿ ਉਸ ਦੇ ਕਰਮਚਾਰੀਆਂ ਨੂੰ ਇਸ ਤਰ੍ਹਾਂ ਦੇ ਕੰਮ ਕਰਨ ਦੀ ਸਿਖਲਾਈ ਦਿੱਤੀ ਗਈ ਸੀ, ਪਰੰਤੂ ਇਹ ਪਹਿਲੀ ਵਾਰ ਸੀ ਜਦੋਂ ਉਹਨਾਂ ਨੂੰ ਅਸਲ ਵਿੱਚ ਇਹ ਕੰਮ ਨੂੰ ਕਰਨ ਦਾ ਮੌਕਾ ਮਿਲਿਆ ਸੀ। ਕੰਪਨੀ ਦਾ ਹਰ ਆਦਮੀ ਇਹ ਦੇਖਣਾ ਚਾਹੁੰਦਾ ਸੀ ਕਿ ਉਹ ਇਸ ਕੰਮ ਨੂੰ ਕਰ ਸਕਦੇ ਹਨ ਜਾਂ ਨਹੀਂ, ਤੇ ਜੇਕਰ ਉਹ ਕਰਦੇ ਹਨ ਤਾਂ ਕਿਸ ਤਰ੍ਹਾਂ ਕਰਦੇ ਹਨ। ਮਿਸਟਰ ਵੁੱਡਕੌਕ, ਉਸ ਦੇ ਹੇਠਲੇ ਮੈਨੇਜਰ ਅਤੇ ਡਿਪਾਰਟਮੈਂਟ ਦੇ ਹੋਰ ਮੈਂਬਰ ਇਸ ਕੰਮ ਨੂੰ ਦੇਖਣ ਲਈ ਗਏ। ਕਈ ਕਾਰਾਂ ਤੇ ਟਰੱਕ ਉੱਥੇ ਖੜੇ ਹੋਏ ਸਨ ਤੇ ਬਹੁਤ ਸਾਰੇ ਲੋਕ ਖੰਭੇ ਉੱਤੇ ਚੜ੍ਹੇ ਦੋਨਾਂ ਆਦਮੀਆਂ ਨੂੰ ਦੇਖਣ ਲਈ ਜਮ੍ਹਾਂ ਹੋ ਗਏ। ਉਦੋਂ ਵੁੱਡਕੌਕ ਨੂੰ ਸੜਕ ਉੱਤੇ ਖੜੀ ਇੱਕ ਕਾਰ ਵਿੱਚੋਂ ਇੱਕ ਆਦਮੀ ਉਤਰਦਾ ਹੋਇਆ ਦਿਖਿਆ ਜਿਸ ਦੇ ਹੱਥ ਵਿੱਚ ਕੈਮਰਾ ਸੀ। ਉਹਨਾਂ ਦੀ ਕੰਪਨੀ ਪਬਲਿਕ ਇਮੇਜ ਨੂੰ ਲੈ ਕੇ ਬਹੁਤ ਸੁਚੇਤ ਸੀ। ਵੁੱਡਕੌਕ ਦੇ ਮਨ ਅੰਦਰ ਵਿਚਾਰ ਆਇਆ ਕਿ ਕੈਮਰਾ ਲਏ ਹੋਏ ਆਦਮੀ ਨੂੰ ਸ਼ਾਇਦ ਇਸ ਤਰ੍ਹਾਂ ਲੱਗੇਗਾ ਜਿਵੇਂ ਉਹ 2 ਆਦਮੀਆਂ ਦੇ ਕੰਮ ਲਈ ਦਰਜਨ ਲੋਕ ਫਾਲਤੂ ਹੀ ਇਕੱਠੇ ਹੋਏ ਹਨ। ਉਹ ਫੋਟੋਗ੍ਰਾਫਰ ਵੱਲ ਵਧੇ। ਮੈਨੂੰ ਲੱਗਦਾ ਹੈ ਤੁਸੀਂ ਸਾਡੇ ਕੰਮ ਵਿੱਚ ਰੁਚੀ ਲੈ ਰਹੇ ਹੋ। ਹਾਂ, ਮੇਰੀ ਮਾਂ ਤਾਂ ਹੋਰ ਵੀ ਜ਼ਿਆਦਾ ਰੁਚੀ ਲਵੇਗੀ। ਉਹ ਤੁਹਾਡੀ ਕੰਪਨੀ ਦੀ ਸਟਾਕ ਹੋਲਡਰ ਹੈ। ਇਸ ਨਾਲ ਉਹਨਾਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ। ਹੁਣ ਉਹਨਾਂ ਨੂੰ ਇਹ ਸਮਝ ਆ ਜਾਵੇਗਾ ਕਿ ਉਹਨਾਂ ਨੇ ਗਲਤ ਜਗ੍ਹਾ 'ਤੇ ਇਨਵੈਸਟ ਕੀਤਾ ਹੈ। ਮੈਂ ਉਹਨਾਂ ਨੂੰ ਸਾਲਾਂ ਤੋਂ ਸਮਝਾ ਰਿਹਾ ਹਾਂ ਕਿ ਤੁਹਾਡੀ ਵਰਗੀ ਕੰਪਨੀ 'ਚ ਪੈਸਾ ਲਗਾਉਣਾ ਪੈਸਿਆਂ ਦੀ ਬਰਬਾਦੀ ਹੈ।
ਹੁਣ ਇਹ ਸਹੀ ਸਾਬਤ ਹੋਵੇਗਾ। ਅਖਬਾਰ ਵਾਲਿਆਂ ਨੂੰ ਵੀ ਇਹੀ ਤਸਵੀਰ ਪਸੰਦ ਆਵੇਗੀ। ਤੁਸੀਂ ਠੀਕ ਕਹਿ ਰਹੇ ਹੋ, ਤੁਹਾਡੀ ਥਾਂ ਤੇ ਮੈਂ ਹੁੰਦਾ ਤਾਂ ਮੈਂ ਵੀ ਇਸੇ ਤਰ੍ਹਾਂ ਸੋਚਦਾ, ਪਰੰਤੂ ਇਹ ਇੱਕ ਵਿਸ਼ੇਸ਼ ਹਾਲਾਤ ਹੈ। ਅਤੇ ਫਿਰ ਡੀਨ ਵੁੱਡਕੌਕ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦੇ ਡਿਪਾਰਟਮੈਂਟ ਦਾ ਪਹਿਲਾ ਕੰਮ ਹੈ, ਇਸ ਲਈ ਉਹਨਾਂ ਦੀ ਕੰਪਨੀ ਦੇ ਐਗਜ਼ੀਕਿਊਟਿਵਸ ਤੋਂ ਲੈ ਕੇ ਵਰਕਰ ਤੱਕ ਸਾਰੀ ਇਸ ਦੀ ਸਫਲਤਾ ਵਿੱਚ ਰੁਚੀ ਲੈ ਰਹੇ ਹਨ। ਉਹਨਾਂ ਨੇ ਉਸ ਵਿਅਕਤੀ ਨੂੰ ਤਸੱਲੀ ਦਿੱਤੀ ਕਿ ਆਮ ਹਾਲਾਤਾਂ ਵਿੱਚ ਇਸ ਕੰਮ ਨੂੰ ਕੇਵਲ 2 ਹੀ ਲੋਕ ਕਰ ਰਹੇ ਹੁੰਦੇ। ਇਹ ਸੁਣ ਕੇ ਫੋਟੋਗ੍ਰਾਫਰ ਨੇ ਆਪਣਾ ਕੈਮਰਾ ਰੱਖ ਦਿੱਤਾ। ਉਸਨੇ ਵੁੱਡਕੌਕ ਨਾਲ ਹੱਥ ਮਿਲਾਇਆ ਤੇ ਉਸ ਨੂੰ ਧੰਨਵਾਦ ਦਿੱਤਾ ਕਿ ਉਸਨੇ ਇੰਨੀ ਚੰਗੀ ਤਰ੍ਹਾਂ ਨਾਲ ਪੂਰਾ ਮਸਲਾ ਸਮਝਾ ਦਿੱਤਾ। ਡੀਨ ਵੁੱਡਕੌਕ ਦੀ ਦੋਸਤਾਨਾ ਸੰਪਰਕ ਨੇ ਉਸ ਦੀ ਕੰਪਨੀ ਨੂੰ ਭਾਰੀ ਉਲਝਣ ਅਤੇ ਮਾੜੀ ਪਬਲਿਸਿਟੀ ਤੋਂ ਬਚਾ ਲਿਆ। ਉਹਨਾਂ ਨੇ ਸਾਡੀ ਕਲਾਸ ਦੇ ਇੱਕ ਹੋਰ ਮੈਂਬਰ ਲਿਟਲਟੋਨ ਨਿਊ ਹੈਪਸ਼ਾਇਰ ਦੇ ਵਿਨ ਨੇ ਦੱਸਿਆ ਕਿ ਕਿਸ ਤਰ੍ਹਾਂ ਦੋਸਤਾਨਾ ਪਹਿਲ ਦੇ ਨਾਲ ਉਹਨਾਂ ਨੇ ਇੱਕ ਡੈਮੇਜ ਕਲੇਮ ਤੇ ਤਸੱਲੀ ਬਖਸ਼ ਸੈਟਲਮੈਂਟ ਕੀਤਾ। ਉਹਨਾਂ ਨੇ ਕਿਹਾ, ਬਸੰਤ ਦੀ ਸ਼ੁਰੂਆਤ ਵਿੱਚ ਜਦੋਂ ਜ਼ਮੀਨ ਉੱਪਰ ਬਰਫ਼ ਜੰਮੀ ਸੀ ਉਦੋਂ ਭਾਰੀ ਮੀਂਹ ਪਿਆ। ਆਮ ਤੌਰ ਤੇ ਨਜ਼ਦੀਕੀ ਨਾਲੀਆਂ ਵਿੱਚ ਵਗਣ ਵਾਲਾ ਪਾਣੀ ਉਸ ਇਲਾਕੇ ਦੇ ਅੰਦਰ ਵੜ ਗਿਆ ਜਿੱਥੇ ਮੈਂ ਹਾਲ ਹੀ ਵਿੱਚ ਆਪਣਾ ਘਰ ਬਣਵਾਇਆ ਸੀ। ਪਾਣੀ ਨੂੰ ਨਿਕਲਣ ਲਈ ਕੋਈ ਥਾਂ ਨਹੀਂ ਸੀ, ਇਸ ਲਈ ਘਰ ਦੀ ਨੀਂਹ ਨੂੰ ਚਾਰੇ ਪਾਸਿਓਂ ਦਬਾਅ ਪੈਣ ਲੱਗਿਆ। ਪਾਣੀ ਕੰਕਰੀਟ ਦੀ ਬੇਸਮੈਂਟ ਫਲੋਰ ਨੂੰ ਤੋੜਦਾ ਹੋਇਆ ਅੰਦਰ ਵੜ ਆਇਆ ਤੇ ਪੂਰਾ ਬੇਸਮੈਂਟ ਪਾਣੀ ਨਾਲ ਭਰ ਗਿਆ। ਇਸ ਨਾਲ ਫਰਨੈਸ, ਹੌਟ ਵਾਟਰ ਹੀਟਰ ਬਰਬਾਦ ਹੋ ਗਏ ਤੇ ਇਸ ਨੁਕਸਾਨ ਦੀ ਮੁਰੰਮਤ ਕਰਾਉਣ ਦਾ ਖਰਚਾ $2000 ਤੋਂ ਵੱਧ ਸੀ। ਮੇਰੇ ਕੋਲੇ ਇਸ ਤਰ੍ਹਾਂ ਦੀ ਨੁਕਸਾਨ ਲਈ ਕੋਈ ਬੀਮਾ ਨਹੀਂ ਸੀ, ਪਰੰਤੂ ਮੈਂ ਛੇਤੀ ਇਸ ਗੱਲ ਦਾ ਪਤਾ ਲਾ ਲਿਆ ਕਿ ਸਬ ਡਿਵੀਜ਼ਨ ਦੇ ਮਾਲਕ ਨੇ ਘਰ ਦੇ ਕੋਲੇ ਸਟ੍ਰਾਮ ਡਰੇਨ ਬਣਾਉਣ ਦੀ ਤਕਲੀਫ ਨਹੀਂ ਸੀ ਕੀਤੀ। ਜੇਕਰ ਇੱਥੇ ਡਰੇਨ ਹੁੰਦਾ ਤਾਂ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਸੀ। ਮੈਂ ਉਸ ਨੂੰ ਮਿਲਣ ਲਈ ਉਸ ਦੇ ਆਫਿਸ ਤੱਕ ਜਾਂਦੇ ਹੋਏ 25 ਮੀਲ ਦੀ ਲੰਬੀ ਯਾਤਰਾ ਅੰਦਰ ਮੈਂ ਸਥਿਤੀ ਦੀ ਪੂਰੀ ਸਮੀਖਿਆ ਕੀਤੀ। ਇਸ ਕੋਰਸ ਵਿੱਚ ਸਿੱਖੇ ਹੋਏ ਸਿਧਾਂਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਕੀਤਾ ਕਿ ਗੁੱਸਾ ਕਰਨ ਨਾਲ ਮੈਨੂੰ ਕੋਈ ਫਾਇਦਾ ਨਹੀਂ ਹੋਵੇਗਾ। ਜਦੋਂ ਮੈਂ ਪਹੁੰਚਿਆ ਤਾਂ ਮੈਂ ਸ਼ਾਂਤ ਰਿਹਾ ਅਤੇ ਮੈਂ ਸ਼ੁਰੂਆਤ ਅੰਦਰ ਉਸ ਦੀ ਹਾਲ ਹੀ ਵਿੱਚ ਗਈ ਵੈਸਟ ਇੰਡੀਜ਼ ਯਾਤਰਾ ਬਾਰੇ ਪੁੱਛਿਆ। ਫਿਰ ਜਦੋਂ ਮੈਨੂੰ ਲੱਗਿਆ ਕਿ ਸਹੀ ਸਮਾਂ ਆ ਗਿਆ ਤਾਂ ਮੈਂ ਉਸ ਨੂੰ ਦੱਸਿਆ ਕਿ ਪਾਣੀ ਦੀ ਵਜ੍ਹਾ ਨਾਲ ਮੈਨੂੰ ਨੁਕਸਾਨ ਹੋਇਆ। ਉਹ ਤੁਰੰਤ ਮੰਨ ਗਿਆ ਕਿ ਉਹ ਇਸ ਸਮੱਸਿਆ ਨੂੰ ਹੱਲ ਕਰਨ ਲਈ ਆਪਣੇ ਵੱਲੋਂ ਪੂਰਾ ਸਹਿਯੋਗ ਦੇਵੇਗਾ। ਕੁਝ ਹੀ ਦਿਨਾਂ ਬਾਅਦ ਉਹ ਆਇਆ। ਉਸਨੇ ਕਿਹਾ ਕਿ ਉਹ ਨੁਕਸਾਨ ਦੀ ਭਰਪਾਈ ਕਰ ਦੇਵੇਗਾ ਤੇ ਨਾਲ ਹੀ ਉਹ ਡਰੇਨ ਵੀ ਬਣਵਾ ਦੇਵੇਗਾ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਨੁਕਸਾਨ ਦੀਆਂ ਕੋਈ ਸੰਭਾਵਨਾਵਾਂ ਹੀ ਨਾ ਰਹਿਣ। ਹਾਲਾਂਕਿ ਇਹ ਸਬ ਡਿਵੀਜ਼ਨ ਦੇ ਮਾਲਕ ਦੀ ਹੀ ਗਲਤੀ ਸੀ, ਪਰ ਜੇ ਮੈਂ ਦੋਸਤਾਨਾ ਤਰੀਕੇ ਨਾਲ ਚਰਚਾ ਸ਼ੁਰੂ ਨਾ ਕਰਦਾ ਤਾਂ ਸ਼ਾਇਦ ਉਹ ਪੂਰੇ ਨੁਕਸਾਨ ਦੀ ਭਰਪਾਈ ਕਰਨ ਲਈ ਇੰਨੀ ਆਸਾਨੀ ਨਾਲ ਤਿਆਰ ਨਾ ਹੁੰਦਾ। ਸਾਲਾਂ ਪਹਿਲਾਂ ਉੱਤਰ ਪੱਛਮੀ ਮਸੂਰੀ ਵਿੱਚ ਪੜ੍ਹਨ ਵਾਲੇ ਪੇਂਡੂ ਬੱਚਿਆਂ ਵਾਂਗ ਮੈਂ ਨੰਗੇ ਪੈਰ ਜੰਗਲ ਵਿੱਚੋਂ ਗੁਜ਼ਰ ਕੇ ਜਾਇਆ ਕਰਦਾ ਸੀ। ਮੈਂ ਆਪਣੇ ਬਚਪਨ ਅੰਦਰ ਸੂਰਜ ਅਤੇ ਹਵਾ ਦੀਆਂ ਨੀਤਕਥਾਂ ਪੜ੍ਹੀਆਂ ਸਨ। ਦੋਨਾਂ ਅੰਦਰ ਬਹਿਸ ਹੋ ਰਹੀ ਸੀ ਕਿ ਕੌਣ ਜ਼ਿਆਦਾ ਤਾਕਤਵਰ ਹੈ। ਹਵਾ ਨੇ ਕਿਹਾ, ਮੈਂ ਹੁਣੇ ਸਾਬਤ ਕਰ ਦਿੰਦੀ ਹਾਂ ਕਿ ਕੌਣ ਜ਼ਿਆਦਾ ਤਾਕਤਵਰ ਹੈ। ਕੋਟ ਪਾਏ ਉਸਨੇ ਬਜ਼ੁਰਗ ਆਦਮੀ ਨੂੰ ਦੇਖ ਰਹੇ ਹੋ। ਮੈਂ ਸ਼ਰਤ ਲਾਉਣੀ ਹੈ ਕਿ ਮੈਂ ਇਸ ਬਜ਼ੁਰਗ ਆਦਮੀ ਦੇ ਕੋਟ ਨੂੰ ਤੁਹਾਡੇ ਕੋਲੋਂ ਛੇਤੀ ਲਾ ਸਕਦੀ ਹਾਂ। ਸੂਰਜ ਬੱਦਲਾਂ ਦੇ ਪਿੱਛੇ ਚਲਾ ਗਿਆ। ਹਵਾ ਤੇਜ਼ੀ ਨਾਲ ਚੱਲਣ ਲੱਗੀ ਸੀ, ਇੰਨੀ ਜਿਵੇਂ ਤੂਫਾਨ ਆ ਗਿਆ ਹੋਵੇ, ਪਰੰਤੂ ਹਵਾ ਜਿੰਨੀ ਤੇਜ਼ ਚੱਲਦੀ ਸੀ ਬਜ਼ੁਰਗ ਆਦਮੀ ਆਪਣੇ ਕੋਟ ਨੂੰ ਓਨਾ ਕੱਸ ਕੇ ਫੜ ਲੈਂਦਾ ਸੀ। ਆਖਿਰਕਾਰ ਹਵਾ ਨੇ ਹਾਰ ਮੰਨ ਲਈ ਤੇ ਇੱਕ ਵਾਰੀ ਫੇਰ ਆਪਣੀ ਆਮ ਰਫ਼ਤਾਰ ਨਾਲ ਵਗਣ ਲੱਗੀ। ਇਸ ਤੋਂ ਬਾਅਦ ਸੂਰਜ ਬੱਦਲਾਂ ਪਿੱਛੋਂ ਨਿਕਲਿਆ ਤੇ ਬਜ਼ੁਰਗ ਆਦਮੀ ਉੱਤੇ ਦਿਆਲਤਾ ਨਾਲ ਮੁਸਕਰਾਇਆ। ਬਜ਼ੁਰਗ ਆਦਮੀ ਨੇ ਆਪਣਾ ਪਸੀਨਾ ਪੂੰਝਿਆ ਤੇ ਆਪਣਾ ਕੋਟ ਲਾ ਦਿੱਤਾ। ਉਦੋਂ ਸੂਰਜ ਨੇ ਹਵਾ ਨੂੰ ਸਮਝਾਇਆ ਕਿ ਸ਼ਕਤੀ ਅਤੇ ਕ੍ਰੋਧ ਦੀ ਬਜਾਏ ਦਿਆਲਤਾ ਅਤੇ ਦੋਸਤੀ ਨਾਲ ਕੋਈ ਵੀ ਕੰਮ ਕਰਾਉਣਾ ਜ਼ਿਆਦਾ ਸੌਖਾ ਹੁੰਦਾ। ਜਿਹੜੇ ਲੋਕ ਇਹ ਜਾਣ ਚੁੱਕੇ ਨੇ ਕਿ ਇੱਕ ਗੇਲਨ ਸਿਰਕੇ ਦੀ ਬਜਾਏ ਇੱਕ ਬੂੰਦ ਸ਼ਹਿਦ ਤੋਂ ਜ਼ਿਆਦਾ ਮੱਖੀਆਂ ਫੜੀਆਂ ਜਾ ਸਕਦੀਆਂ, ਉਹ ਨਿਮਰ ਅਤੇ ਦੋਸਤਾਨਾ ਸ਼ੈਲੀ ਦਾ ਹੀ ਪ੍ਰਯੋਗ ਕਰਦੇ ਨੇ। ਜਦੋਂ ਲੂਥਰ ਵੇਲੇ ਮੈਰੀਫੀਲਡ ਦੇ ਐਫ ਗੈਲੇ ਕੌਨਰ ਆਪਣੇ 4 ਮਹੀਨੇ ਪੁਰਾਣੀ ਕਾਰ ਨੂੰ ਕਾਰ ਡੀਲਰ ਦੇ ਸਰਵਿਸ ਡਿਪਾਰਟਮੈਂਟ ਵਿੱਚ ਤੀਜੀ ਵਾਰ ਲੈ ਕੇ ਗਏ, ਉਹਨਾਂ ਨੇ ਐਸੇ ਸ਼ੈਲੀ ਦਾ ਪ੍ਰਯੋਗ ਕੀਤਾ। ਉਹਨਾਂ ਨੇ ਸਾਡੀ ਕਲਾਸ ਨੂੰ ਦੱਸਿਆ, ਇਹ ਸਪਸ਼ਟ ਸੀ ਕਿ ਸਰਵਿਸ ਮੈਨੇਜਰ ਨਾਲ ਬਹਿਸ ਕਰਨ, ਉਹਨਾਂ ਨਾਲ ਤਰਕ ਕਰਨ ਜਾਂ ਉਹਨਾਂ ਉੱਤੇ ਚੀਕਣ ਨਾਲ ਮੇਰੀ ਸਮੱਸਿਆ ਹੱਲ ਹੋਣ ਵਾਲੀ ਨਹੀਂ ਸੀ। ਮੈਂ ਸ਼ੋਰੂਮ ਵਿੱਚ ਗਿਆ ਅਤੇ ਏਜੰਸੀ ਦੇ ਮਾਲਕ ਮਿਸਟਰ ਵਾਈਟ ਨੂੰ ਮਿਲਣ ਦੀ ਗੁਜ਼ਾਰਿਸ਼ ਕੀਤੀ। ਥੋੜ੍ਹੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਮੈਨੂੰ ਮਿਸਟਰ ਵਾਈਟ ਦੇ ਆਫਿਸ ਅੰਦਰ ਭੇਜਿਆ ਗਿਆ। ਮੈਂ ਆਪਣਾ ਪਰਿਚੈ ਦਿੱਤਾ ਅਤੇ ਉਹਨਾਂ ਨੂੰ ਦੱਸਿਆ ਕਿ ਮੈਂ ਉਹਨਾਂ ਦੀ ਡੀਲਰਸ਼ਿਪ ਤੋਂ ਕਾਰ ਇਸ ਲਈ ਖਰੀਦੀ ਸੀ ਕਿਉਂਕਿ ਉਹਨਾਂ ਕੋਲੋਂ ਕਾਰ ਖਰੀਦਣ ਵਾਲੇ ਮੇਰੇ ਕੁਝ ਦੋਸਤਾਂ ਨੇ ਮੈਨੂੰ ਇਸ ਤਰ੍ਹਾਂ ਕਰਨ ਦੀ ਸਲਾਹ ਦਿੱਤੀ। ਮੈਨੂੰ ਦੱਸਿਆ ਗਿਆ ਸੀ ਕਿ ਤੁਹਾਡੀਆਂ ਕੀਮਤਾਂ ਵਾਜਬ ਹਨ ਤੇ ਤੁਹਾਡੀ ਸਰਵਿਸ ਬਹੁਤ ਚੰਗੀ ਹੈ। ਮੇਰੀ ਗੱਲ ਸੁਣਦੇ ਸਾਰ ਹੀ ਮਿਸਟਰ ਵਾਈਟ ਦੇ ਚਿਹਰੇ ਤੇ ਮੁਸਕਰਾਹਟ ਆ ਗਈ। ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਸਰਵਿਸ ਡਿਪਾਰਟਮੈਂਟ ਕੋਲੋਂ ਕੀ ਸਮੱਸਿਆ ਆ ਰਹੀ ਹੈ। ਮੈਨੂੰ ਲੱਗਿਆ ਸ਼ਾਇਦ ਤੁਸੀਂ ਇਹੋ ਜਿਹੀ ਸਥਿਤੀ ਨੂੰ ਜਾਣਨਾ ਚਾਹੋਗੇ ਜਿਸ ਨਾਲ ਤੁਹਾਡੇ ਸਨਮਾਨ ਤੇ ਦਾਗ ਲੱਗ ਸਕਦਾ ਹੈ। ਮੈਂ ਅੱਗੋਂ ਕਿਹਾ। ਉਹਨਾਂ ਨੇ ਮੈਨੂੰ ਇਹ ਗੱਲ ਦੱਸਣ ਲਈ ਧੰਨਵਾਦ ਦਿੰਦਿਆਂ ਭਰੋਸਾ ਦਿੱਤਾ
ਕਿ ਮੇਰੀ ਸਮੱਸਿਆ ਸੁਲਝ ਜਾਵੇਗੀ। ਨਾ ਸਿਰਫ ਉਹਨਾਂ ਨੇ ਆਪ ਨਿੱਜੀ ਤੌਰ 'ਤੇ ਮੇਰੀ ਸਮੱਸਿਆ ਵਿੱਚ ਰੁਚੀ ਲਈ, ਬਲਕਿ ਜਦੋਂ ਤੱਕ ਮੇਰੀ ਕਾਰ ਸੁਧਰ ਰਹੀ ਸੀ ਉਦੋਂ ਤੱਕ ਉਹਨਾਂ ਨੇ ਮੈਨੂੰ ਆਪਣੀ ਕਾਰ ਵੀ ਉਧਾਰੀ ਦਿੱਤੀ। ਈਸਪ ਇੱਕ ਗ੍ਰੀਕ ਦਾਸ ਸੀ ਜੋ ਕਰਾਸੀਅਸ ਦੇ ਦਰਬਾਰ ਵਿੱਚ ਰਹਿੰਦੇ ਸਨ। ਉਹਨਾਂ ਨੇ ਈਸਾ ਮਸੀਹ ਤੋਂ 600 ਸਾਲ ਪਹਿਲਾਂ ਆਪਣੀਆਂ ਅਮਰ ਕਥਾਵਾਂ ਲਿਖੀਆਂ ਸਨ, ਪਰੰਤੂ ਮਨੁੱਖੀ ਸੁਭਾਅ ਬਾਰੇ ਜਿਹੜੀਆਂ ਸੱਚਾਈਆਂ ਨੂੰ ਉਹਨਾਂ ਨੇ ਉਜਾਗਰ ਕੀਤਾ ਸੀ ਉਹ ਅੱਜ ਵੀ ਬੋਸਟਨ ਅਤੇ ਬਰਮਿੰਘਮ ਵਿੱਚ ਉਨੀਆਂ ਹੀ ਠੀਕ ਹਨ ਜਿੰਨੀਆਂ ਕਿ ਉਹ 26 ਸਦੀ ਪਹਿਲਾਂ ਏਥਜ਼ ਵਿੱਚ ਸਨ। ਹਵਾ ਦੀ ਬਜਾਏ ਸੂਰਜ ਤੁਹਾਡਾ ਕੋਟ ਛੇਤੀ ਲਾਹ ਸਕਦਾ ਹੈ ਅਤੇ ਗੁੱਸੇ ਜਾਂ ਆਲੋਚਨਾ ਦੀ ਬਜਾਏ ਦਿਆਲਤਾ, ਦੋਸਤਾਨਾ ਸ਼ੈਲੀ ਅਤੇ ਸ਼ਲਾਘਾ ਨਾਲ ਲੋਕਾਂ ਦੀ ਮਾਨਸਿਕਤਾ ਜ਼ਿਆਦਾ ਤੇਜ਼ੀ ਨਾਲ ਬਦਲ ਸਕਦੀ ਹੈ। ਯਾਦ ਰੱਖੋ, ਲਿੰਕਨ ਨੇ ਕਿਹਾ ਸੀ, ਇੱਕ ਗੈਲਨ ਸਿਰਕੇ ਦੀ ਬਜਾਏ ਸ਼ਹਿਦ ਦੀ ਇੱਕ ਬੂੰਦ ਤੋਂ ਜ਼ਿਆਦਾ ਮੱਖੀਆਂ ਫੜੀਆਂ ਜਾ ਸਕਦੀਆਂ। ਸਿਧਾਂਤ ਚੌਥਾ, ਦੋਸਤਾਨਾ ਤਰੀਕੇ ਨਾਲ ਸ਼ੁਰੂ ਕਰੋ। ਅਗਲਾ ਚੈਪਟਰ, ਸੁਕਰਾਤ ਦਾ ਰਹੱਸ। ਲੋਕਾਂ ਨਾਲ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਵਖਰੇਵਿਆਂ ਦਾ ਜ਼ਿਕਰ ਪਹਿਲਾਂ ਨਾ ਕਰੋ। ਤੁਸੀਂ ਪਹਿਲਾਂ ਉਹਨਾਂ ਨਾਲ ਗੱਲਾਂ ਉੱਪਰ ਜ਼ੋਰ ਦਿਓ ਅਤੇ ਜ਼ੋਰ ਦਿੰਦੇ ਰਹੋ ਜਿਨ੍ਹਾਂ ਉੱਤੇ ਤੁਸੀਂ ਦੋਵੇਂ ਸਹਿਮਤ ਹੋ। ਜੇਕਰ ਸੰਭਵ ਹੋਵੇ ਇਸ ਗੱਲ ਉੱਤੇ ਜ਼ੋਰ ਦਿਓ ਕਿ ਤੁਹਾਡੇ ਦੋਨਾਂ ਦਾ ਨਿਸ਼ਾਨਾ ਇੱਕੋ ਹੀ ਹੈ ਅਤੇ ਤੁਹਾਡੇ ਵਿਚਕਾਰ ਫਰਕ ਸਿਰਫ ਉਸ ਸਾਧਨ ਦਾ ਹੈ ਨਾ ਕਿ ਉਦੇਸ਼ ਦਾ। ਸ਼ੁਰੂਆਤ ਤੋਂ ਹੀ ਸਾਹਮਣੇ ਵਾਲੇ ਵਿਅਕਤੀ ਕੋਲੋਂ ਹਾਂ ਕਹਿਲਾਉਂਦੇ ਰਹੋ। ਜਿੱਥੋਂ ਤੱਕ ਹੋ ਸਕੇ ਇਹੋ ਜਿਹੀ ਨੌਬਤ ਨਾ ਆਉਣ ਦਿਓ ਕਿ ਵਿਰੋਧੀ ਵਿਅਕਤੀ ਨਾ ਕਵੇ। ਇੱਕ ਵਾਰੀ ਸਾਹਮਣੇ ਵਾਲਾ ਨਾ ਕਰ ਦਿੰਦਾ ਹੈ ਤਾਂ ਪ੍ਰੋਫੈਸਰ ਓਵਰਸਟਰੀਟ ਅਨੁਸਾਰ ਬਾਅਦ ਵਿੱਚ ਉਸਨੂੰ ਟਸ ਤੋਂ ਮਸ ਕਰਨਾ ਮੁਸ਼ਕਲ ਹੁੰਦਾ ਹੈ। ਇੱਕ ਵਾਰੀ ਨਾ ਕਹਿਣ ਤੋਂ ਬਾਅਦ ਤੁਹਾਡੇ ਵਿਅਕਤੀਤਵ ਦਾ ਮਾਣ ਇਹ ਮੰਗ ਕਰਦਾ ਹੈ ਕਿ ਤੁਸੀਂ ਆਪਣੀ ਗੱਲ ਉੱਤੇ ਅੜੇ ਰਹੋ। ਤੁਹਾਨੂੰ ਬਾਅਦ ਵਿੱਚ ਲੱਗ ਸਕਦਾ ਹੈ ਕਿ ਤੁਸੀਂ ਗਲਤੀ ਨਾਲ ਨਾ ਕਹਿ ਦਿੱਤਾ ਸੀ, ਪਰੰਤੂ ਤੁਸੀਂ ਆਪਣੇ ਮਾਣ ਕਾਰਨ ਇਹ ਸਵੀਕਾਰ ਨਹੀਂ ਕਰਨਾ ਚਾਹੁੰਦੇ। ਤੁਸੀਂ ਇੱਕ ਵਾਰੀ ਜੋ ਕਹਿ ਦਿੱਤਾ ਹੈ ਤੁਸੀਂ ਫਿਰ ਉਸ 'ਤੇ ਅੜੇ ਰਹਿਣਾ ਚਾਹੁੰਦੇ ਹੋ। ਇਸ ਲਈ ਇਹ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ ਕਿ ਗੱਲਬਾਤ ਦੀ ਸ਼ੁਰੂਆਤ ਹਾਂ ਨਾਲ ਹੋਵੇ। ਸਿਆਣਾ ਬੁਲਾਰਾ ਆਪਣੇ ਸਰੋਤਿਆਂ ਕੋਲੋਂ ਆਰੰਭਤਾ ਹੀ ਹਾਂ ਵਿੱਚ ਕਹਿਲਾ ਕੇ ਕਰਦਾ ਹੈ। ਇਸ ਤਰ੍ਹਾਂ ਸਰੋਤਿਆਂ ਦੀ ਮਾਨਸਿਕਤਾ ਪੋਜ਼ੀਟਿਵ ਦਿਸ਼ਾ ਅੰਦਰ ਬਣ ਜਾਂਦੀ ਹੈ। ਇਹ ਕਿਸੇ ਬਿਲੀਅਰਡ ਦੀ ਗੇਂਦ ਦੀ ਗਤੀ ਵਾਂਗ ਹੈ। ਇੱਕ ਦਿਸ਼ਾ ਵਿੱਚ ਜਾਣ ਤੋਂ ਬਾਅਦ ਇਸ ਦੀ ਦਿਸ਼ਾ ਬਦਲਣ ਲਈ ਸ਼ਕਤੀ ਦੀ ਲੋੜ ਹੁੰਦੀ ਹੈ ਤੇ ਇਸ ਨੂੰ ਉਲਟ ਦਿਸ਼ਾ ਵੱਲ ਲੈ ਜਾਣ ਲਈ ਤਾਂ ਹੋਰ ਜ਼ਿਆਦਾ ਸ਼ਕਤੀ ਦੀ ਲੋੜ ਹੁੰਦੀ ਹੈ। ਇੱਥੇ ਮਨੋਵਿਗਿਆਨਕ ਪੈਟਰਨ ਬੜਾ ਸਪਸ਼ਟ ਹੈ। ਜਦੋਂ ਕੋਈ ਵਿਅਕਤੀ ਨਾ ਕਹਿੰਦਾ ਹੈ ਉਹ ਅਸਲ ਵਿੱਚ ਨੈਗੇਟਿਵ ਹੁੰਦਾ। ਉਹ ਸਿਰਫ ਇਸ ਸ਼ਬਦ ਨੂੰ ਕਹਿਣ ਨਾਲ ਕੁਝ ਜ਼ਿਆਦਾ ਕਰ ਰਿਹਾ ਹੈ। ਉਸਦਾ ਪੂਰਾ ਸਰੀਰ, ਉਸਦੀਆਂ ਗ੍ਰੰਥੀਆਂ, ਉਸਦਾ ਨਰਵਸ ਸਿਸਟਮ, ਉਸਦਾ ਮਾਸਪੇਸ਼ੀ ਤੰਤਰ ਸਾਰੇ ਇੱਕ ਨੈਗੇਟਿਵ ਸਥਿਤੀ ਵਿੱਚ ਆ ਜਾਂਦੇ ਨੇ। ਆਮ ਤੌਰ 'ਤੇ ਬਹੁਤ ਸੂਖਮ ਪਰੰਤੂ ਨਜ਼ਰ ਆਉਣ ਵਾਲੇ ਲੱਛਣ ਦੇਖੇ ਜਾ ਸਕਦੇ ਨੇ ਕਿ ਸਰੀਰਕ ਵਖਰੇਵਾਂ ਹੈ ਜਾਂ ਉਸਦੀ ਤਿਆਰੀ ਹੈ। ਪੂਰਾ ਨਿਊਰੋਮਸਕੂਲਰ ਸਿਸਟਮ ਸਵੀਕਾਰ ਕਰਨ ਦੇ ਵਿਰੋਧ ਵਿੱਚ ਹੋ ਜਾਂਦਾ ਹੈ। ਇਸ ਤੋਂ ਉਲਟ ਜਦੋਂ ਕੋਈ ਵਿਅਕਤੀ ਹਾਂ ਕਹਿੰਦਾ ਹੈ ਤਾਂ ਵਖਰੇਵੇਂ ਦੇ ਕੋਈ ਵੀ ਲੱਛਣ ਨਜ਼ਰ ਨਹੀਂ ਆਉਂਦੇ। ਪੂਰਾ ਸਿਸਟਮ ਅੱਗੇ ਵੱਲ ਵਧਣ ਲੱਗਦਾ, ਸਵੀਕਾਰ ਕਰਨ ਵਾਲਾ ਹੁੰਦਾ ਤੇ ਖੁੱਲ੍ਹਾ ਹੁੰਦਾ। ਇਸ ਲਈ ਅਸੀਂ ਸ਼ੁਰੂਆਤ ਅੰਦਰ ਹੀ ਸਾਹਮਣੇ ਵਾਲੇ ਤੋਂ ਜਿੰਨੀ ਵਾਰੀ ਹਾਂ ਕਹਿਲਾਉਂਦੇ ਹਾਂ ਅਸੀਂ ਆਪਣੀ ਅੰਤਮ ਪੇਸ਼ਕਸ਼ ਨੂੰ ਮਨਵਾਉਣ ਵਿੱਚ ਸਫਲ ਹੋਣ ਦੇ ਓਨੇ ਨਜ਼ਦੀਕ ਆਉਂਦੇ ਹਾਂ। ਹਾਂ ਕਹਿਲਾਉਣ ਦੀ ਇਹ ਤਕਨੀਕ ਬਹੁਤ ਸੌਖੀ ਹੈ, ਫਿਰ ਵੀ ਇਸ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਸ ਤਰ੍ਹਾਂ ਲੱਗਦਾ ਕਿ ਜ਼ਿਆਦਾਤਰ ਲੋਕ ਸ਼ੁਰੂ ਵਿੱਚ ਹੀ ਵਿਰੋਧ ਪ੍ਰਦਰਸ਼ਨ ਕਰਕੇ ਆਪਣੇ ਮਹੱਤਤਾ ਨੂੰ ਸਾਬਤ ਕਰਨਾ ਚਾਹੁੰਦੇ ਹਨ। ਜਦੋਂ ਕੋਈ ਵਿਦਿਆਰਥੀ ਜਾਂ ਗਾਹਕ, ਬੱਚਾ, ਪਤੀ ਜਾਂ ਪਤਨੀ ਸ਼ੁਰੂ ਵਿੱਚ ਹੀ ਨਾ ਕਹਿ ਦਿੰਦੇ ਨੇ, ਫਿਰ ਉਹਨਾਂ ਕੋਲੋਂ ਹਾਂ ਕਹਿਲਾਉਣ ਲਈ ਤੁਹਾਨੂੰ ਦੇਵਦੂਤਾਂ ਵਾਂਗ ਬੁੱਧੀਮਾਨੀ ਅਤੇ ਧੀਰਜ ਦੀ ਲੋੜ ਹੁੰਦੀ ਹੈ। ਹਾਂ ਕਹਿਲਾਉਣ ਲਈ ਇਸੇ ਤਕਨੀਕ ਕਾਰਨ ਹੀ ਨਿਊਯਾਰਕ ਵਿੱਚ ਗ੍ਰੀਨਵਿਚ ਸੇਵਿੰਗਸ ਬੈਂਕ ਦੇ ਟੈਲਰ ਜੇਮਜ਼ ਨੇ ਇੱਕ ਗਾਹਕ ਨੂੰ ਆਪਣੇ ਬੈਂਕ ਵਿੱਚ ਖਾਤਾ ਖੋਲ੍ਹਣ ਲਈ ਤਿਆਰ ਕੀਤਾ ਸੀਗਾ। ਮਿਸਟਰ ਐਬਰਸਨ ਨੇ ਕਿਹਾ, ਇਹ ਆਦਮੀ ਸਾਡੀ ਬੈਂਕ ਵਿੱਚ ਖਾਤਾ ਖੋਲ੍ਹਣਾ ਚਾਹੁੰਦਾ ਸੀ। ਮੈਂ ਉਸ ਨੂੰ ਭਰਨ ਲਈ ਆਮ ਫਾਰਮ ਦਿੱਤਾ। ਉਸਨੇ ਕੁਝ ਸਵਾਲਾਂ ਦੇ ਜਵਾਬ ਤਾਂ ਇੱਛਾ ਨਾਲ ਦਿੱਤੇ, ਪਰੰਤੂ ਕੁਝ ਸਵਾਲਾਂ ਦੇ ਜਵਾਬ ਦੇਣ ਤੋਂ ਉਸਨੇ ਇਨਕਾਰ ਕਰ ਦਿੱਤਾ। ਮਨੁੱਖੀ ਸੰਬੰਧਾਂ ਉੱਤੇ ਕੋਰਸ ਵਿੱਚ ਭਾਗ ਲੈਣ ਤੋਂ ਪਹਿਲਾਂ ਜੇਕਰ ਇਹੋ ਜਿਹਾ ਹੁੰਦਾ ਤੇ ਮੈਂ ਇਸ ਸੰਭਾਵਿਤ ਗਾਹਕ ਨੂੰ ਸਾਫ਼ ਕਹਿ ਦਿੰਦਾ ਕਿ ਜੇਕਰ ਉਹ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਦੇਵੇਗਾ ਤੇ ਅਸੀਂ ਉਸਦਾ ਖਾਤਾ ਨਹੀਂ ਖੋਲ੍ਹ ਪਾਵਾਂਗੇ। ਮੈਨੂੰ ਇਹ ਸਵੀਕਾਰ ਕਰਨ ਵਿੱਚ ਸ਼ਰਮ ਆਉਂਦੀ ਹੈ ਕਿ ਮੈਂ ਅਤੀਤ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਈ ਵਾਰੀ ਕਹਿ ਚੁੱਕੇ ਹਾਂ। ਸੁਭਾਵਿਕ ਤੌਰ 'ਤੇ ਇਸ ਤਰ੍ਹਾਂ ਦਾ ਅਲਟੀਮੇਟਮ ਦੇਣ ਤੋਂ ਬਾਅਦ ਮੈਨੂੰ ਖੁਸ਼ੀ ਦਾ ਅਹਿਸਾਸ ਹੁੰਦਾ। ਮੈਂ ਇਸ ਤਰ੍ਹਾਂ ਦੱਸ ਦੇਣਾ ਸੀ ਕਿ ਬੌਸ ਕੌਣ ਸੀ। ਬੈਂਕ ਦੇ ਨਿਯਮ ਕਾਇਦਿਆਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ, ਪਰੰਤੂ ਇਹ ਗੱਲ ਤਾਂ ਨਿਸ਼ਚਿਤ ਸੀ ਕਿ ਮੈਂ ਇਸ ਤਰ੍ਹਾਂ ਦੇ ਰਵੱਈਏ ਨਾਲ ਸਾਹਮਣੇ ਵਾਲੇ ਉਸ ਵਿਅਕਤੀ ਨੂੰ ਮਹੱਤਵ
ਅਤੇ ਸਵਾਗਤ ਦਾ ਅਹਿਸਾਸ ਨਹੀਂ ਸੀ ਹੋਣਾ ਜਿਹੜਾ ਕਿ ਸਾਡੀ ਬੈਂਕ ਵਿੱਚ ਗ੍ਰਾਹਕ ਬਣਨ ਲਈ ਆਇਆ ਸੀ। ਇਸ ਦਿਨ ਮੈਂ ਥੋੜੀ ਸਿਆਣਪ ਦਾ ਪ੍ਰਯੋਗ ਕਰਨ ਦਾ ਫੈਸਲਾ ਕੀਤਾ। ਮੈਂ ਪੱਕਾ ਕੀਤਾ ਕਿ ਮੈਂ ਉਸ ਨੂੰ ਇਹ ਨਹੀਂ ਦੱਸਾਂਗਾ ਕਿ ਬੈਂਕ ਕੀ ਚਾਹੁੰਦੀ ਸੀ, ਬਲਕਿ ਇਹ ਦੱਸਾਂਗਾ ਕਿ ਉਹਨੇ ਸਵਾਲਾਂ ਦੇ ਜਵਾਬ ਦੇਣਾ ਗਾਹਕ ਦੇ ਆਪਣੇ ਹਿੱਤ ਵਿੱਚ ਸਨ। ਅਤੇ ਸਭ ਤੋਂ ਵਧੀਆ ਗੱਲ ਤਾਂ ਇਹ ਕਿ ਮੈਂ ਉਸ ਨੂੰ ਸ਼ੁਰੂ ਤੋਂ ਹੀ ਹਾਂ ਕਹਿਣ ਲਈ ਮਜਬੂਰ ਕਰ ਦਿੱਤਾ। ਮੈਂ ਉਸ ਨੂੰ ਦੱਸਿਆ ਕਿ ਉਹ ਪੂਰੀ ਜਾਣਕਾਰੀ ਜੇ ਨਹੀਂ ਦੇ ਰਿਹਾ ਤਾਂ ਉਸ ਨਾਲ ਬੈਂਕ ਨੂੰ ਕੋਈ ਫਰਕ ਨਹੀਂ ਪਵੇਗਾ। ਫਿਰ ਮੈਂ ਉਸ ਨੂੰ ਕਿਹਾ, ਪਰੰਤੂ ਜੇਕਰ ਤੁਹਾਡੀ ਮ੍ਰਿਤਿੂ ਹੋ ਜਾਏ ਤਾਂ ਕੀ ਤੁਸੀਂ ਨਹੀਂ ਚਾਹੋਗੇ ਕਿ ਤੁਹਾਡਾ ਪੈਸਾ ਤੁਹਾਡੇ ਵਾਰਸਾਂ ਨੂੰ ਮਿਲੇ, ਜਿਹੜਾ ਕਿ ਕਾਨੂੰਨ ਮੁਤਾਬਕ ਉਹਨਾਂ ਨੂੰ ਹੀ ਮਿਲਣਾ ਚਾਹੀਦਾ ਹੈ? ਬਿਲਕੁਲ, ਉਸਨੇ ਜਵਾਬ ਦਿੱਤਾ। ਮੈਂ ਕਿਹਾ, ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਾਨੂੰ ਆਪਣੇ ਵਾਰਸ ਦਾ ਨਾਂ ਦੱਸ ਦਿਓ ਤਾਂ ਕਿ ਅਸੀਂ ਤੁਹਾਡੀ ਇੱਛਾ ਅਨੁਸਾਰ ਤੁਹਾਡੀ ਮ੍ਰਿਤਿੂ ਤੋਂ ਬਾਅਦ ਪੈਸਾ ਉਹਨਾਂ ਨੂੰ ਬਿਨਾਂ ਦੇਰੀ ਜਾਂ ਬਿਨਾਂ ਕੋਈ ਗਲਤੀ ਦੇ ਸਕੀਏ? ਇੱਕ ਵਾਰ ਫਿਰ ਉਸਨੇ ਕਿਹਾ, ਹਾਂ। ਉਸ ਵਿਅਕਤੀ ਦਾ ਮੂਡ ਬਦਲ ਗਿਆ ਕਿਉਂਕਿ ਹੁਣ ਉਹ ਜਾਣ ਗਿਆ ਸੀ ਕਿ ਇਹ ਜਾਣਕਾਰੀ ਬੈਂਕ ਦੇ ਫਾਇਦੇ ਲਈ ਨਹੀਂ ਬਲਕਿ ਉਸਦੇ ਆਪਣੇ ਫਾਇਦੇ ਲਈ ਹੈ। ਬੈਂਕ ਤੋਂ ਰਵਾਨਾ ਹੋਣ ਤੋਂ ਪਹਿਲਾਂ ਨਾ ਸਿਰਫ ਉਹ ਮੈਨੂੰ ਪੂਰੀ ਜਾਣਕਾਰੀ ਦੇ ਕੇ ਗਿਆ ਬਲਕਿ ਉਸਨੇ ਮੇਰੇ ਸੁਝਾਅ ਉੱਤੇ ਆਪਣੀ ਮਾਂ ਦੇ ਨਾਂ ਉੱਪਰ ਇੱਕ ਟਰਸਟ ਅਕਾਊਂਟ ਵੀ ਖੋਲ੍ਹ ਦਿੱਤਾ। ਇਹੀ ਨਹੀਂ, ਉਸਨੇ ਆਪਣੀ ਮਾਂ ਬਾਰੇ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਵੀ ਖੁਸ਼ੀ-ਖੁਸ਼ੀ ਦਿੱਤੇ। ਮੈਂ ਪਾਇਆ ਕਿ ਆਰੰਭਤਾ ਵਿੱਚ ਹੀ ਮੈਂ ਉਹਨਾਂ ਕੋਲੋਂ ਹਾਂ ਕਰਵਾਉਣਾ ਭੁੱਲ ਗਿਆ ਕਿ ਮੁੱਦਾ ਕੀ ਸੀ। ਉਹ ਮੇਰੇ ਸੁਝਾਵਾਂ ਨੂੰ ਇੱਕ ਦੇ ਬਾਅਦ ਇੱਕ ਮੰਨਦਾ ਗਿਆ। ਜੋਸਫ ਐਲੀਸਨ ਇਲੈਕਟ੍ਰੀਕਲ ਕੰਪਨੀ ਦੇ ਸੇਲਜ਼ਮੈਨ ਸਨ। ਉਹਨਾਂ ਨੇ ਸਾਨੂੰ ਆਪਣੀ ਕਹਾਣੀ ਦੱਸੀ। ਮੇਰੇ ਇਲਾਕੇ ਵਿੱਚ ਇੱਕ ਆਦਮੀ ਸੀ ਜਿਸ ਨੂੰ ਸਾਡੀ ਕੰਪਨੀ ਸਮਾਨ ਵੇਚਣਾ ਚਾਹੁੰਦੀ ਸੀ। ਮੇਰੇ ਤੋਂ ਪਹਿਲਾਂ ਵਾਲਾ ਸੇਲਜ਼ਮੈਨ 10 ਸਾਲਾਂ ਤੱਕ ਕੋਸ਼ਿਸ਼ ਕਰ ਚੁੱਕਿਆ ਸੀ। ਜਦੋਂ ਮੈਂ ਉਹ ਇਲਾਕਾ ਸੰਭਾਲਿਆ ਤਾਂ 3 ਸਾਲ ਤੱਕ ਮੈਂ ਵੀ ਕੋਸ਼ਿਸ਼ ਕੀਤੀ, ਪਰੰਤੂ ਮੈਨੂੰ ਕੋਈ ਆਰਡਰ ਨਹੀਂ ਮਿਲਿਆ। ਆਖਰਕਾਰ 13 ਸਾਲਾਂ ਦੀ ਮਿਹਨਤ ਤੋਂ ਬਾਅਦ ਅਸੀਂ ਉਸ ਨੂੰ ਕੁਝ ਮੋਟਰ ਵੇਚਣ ਵਿੱਚ ਕਾਮਯਾਬ ਹੋਏ। ਮੈਨੂੰ ਇਹੋ ਜਿਹੀ ਆਸ ਸੀ ਜੇਕਰ ਸਾਡੀ ਮੋਟਰ ਉਸ ਨੂੰ ਪਸੰਦ ਆ ਗਈ ਤਾਂ ਉਹ ਸਾਡੇ ਕੋਲੋਂ ਬਹੁਤ ਸਾਰੀਆਂ ਮੋਟਰਾਂ ਹੋਰ ਖਰੀਦੇਗਾ। ਮੈਨੂੰ ਵਿਸ਼ਵਾਸ ਸੀ ਕਿ ਸਾਡੀ ਮੋਟਰ ਉਸ ਨੂੰ ਨਿਸ਼ਚਿਤ ਤੌਰ 'ਤੇ ਪਸੰਦ ਆਵੇਗੀ। ਇਸ ਲਈ ਜਦੋਂ 3 ਹਫ਼ਤਿਆਂ ਬਾਅਦ ਮੈਂ ਉਸ ਨੂੰ ਮਿਲਣ ਗਿਆ ਤਾਂ ਉਹ ਬੜੇ ਚੰਗੇ ਮੂਡ ਵਿੱਚ ਸੀ। ਪਰੰਤੂ ਚੀਫ ਇੰਜੀਨੀਅਰ ਨੇ ਮੈਨੂੰ ਸਦਮਾ ਪਹੁੰਚਾਉਣ ਵਾਲੀ ਖਬਰ ਸੁਣਾਈ, ਐਲੀਸਨ, ਮੈਂ ਤੁਹਾਡੇ ਕੋਲੋਂ ਹੋਰ ਮੋਟਰਾਂ ਨਹੀਂ ਖਰੀਦਣੀਆਂ ਚਾਹੁੰਦਾ। ਕਿਉਂ? ਮੈਂ ਹੈਰਾਨੀ ਨਾਲ ਪੁੱਛਿਆ। ਆਖਰ ਕਿਉਂ? ਕਿਉਂਕਿ ਤੁਹਾਡੀਆਂ ਮੋਟਰਾਂ ਕਾਫੀ ਗਰਮ ਹੋ ਜਾਂਦੀਆਂ ਨੇ। ਮੈਂ ਉਹਨਾਂ 'ਤੇ ਹੱਥ ਨਹੀਂ ਰੱਖ ਸਕਦਾ। ਮੈਂ ਲੰਮੇ ਸਮੇਂ ਤੱਕ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਬਹਿਸ ਕੀਤੀ ਸੀ, ਪਰੰਤੂ ਹੁਣ ਮੈਂ ਜਾਣ ਗਿਆ ਸੀ ਕਿ ਇਹੋ ਜਿਹੀ ਸਥਿਤੀ ਵਿੱਚ ਬਹਿਸ ਨਾਲ ਕੋਈ ਫਾਇਦਾ ਨਹੀਂ ਹੁੰਦਾ। ਇਸ ਲਈ ਮੈਂ ਹਾਂ ਕਹਿਲਾਉਣ ਵਾਲੀ ਤਕਨੀਕ ਦਾ ਇਸਤੇਮਾਲ ਕੀਤਾ। ਚੰਗਾ ਮਿਸਟਰ ਸਮਿਥ, ਮੈਂ ਕਿਹਾ, ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਜੇਕਰ ਸਾਡੀਆਂ ਮੋਟਰਾਂ ਜ਼ਿਆਦਾ ਗਰਮ ਹੁੰਦੀਆਂ ਤਾਂ ਇਹਨਾਂ ਨੂੰ ਨਹੀਂ ਖਰੀਦਣਾ ਚਾਹੀਦਾ। ਤੁਹਾਨੂੰ ਉਹ ਮੋਟਰ ਖਰੀਦਣੀ ਚਾਹੀਦੀ ਹੈ ਜੋ ਨੈਸ਼ਨਲ ਇਲੈਕਟ੍ਰੀਕਲ ਮੈਨੂਫੈਕਚਰਰਸ ਦੇ ਸਟੈਂਡਰਡ ਤੋਂ ਜ਼ਿਆਦਾ ਗਰਮ ਨਾ ਹੋਵੇ। ਉਹ ਸਹਿਮਤ ਹੋ ਗਿਆ। ਮੈਨੂੰ ਆਪਣੀ ਪਹਿਲੀ ਹਾਂ ਮਿਲ ਗਈ ਸੀ। ਇਲੈਕਟ੍ਰੀਕਲ ਮੈਨੂਫੈਕਚਰਰਸ ਐਸੋਸੀਏਸ਼ਨ ਦੇ ਨਿਯਮ ਮੁਤਾਬਕ ਮੋਟਰ ਦਾ ਤਾਪਮਾਨ ਕਮਰੇ ਦੇ ਤਾਪਮਾਨ ਤੋਂ 72 ਡਿਗਰੀ ਫਾਰਨਹਾਈਟ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਕੀ ਇਹ ਠੀਕ ਹੈ? ਹਾਂ, ਉਹ ਸਹਿਮਤ ਹੋ ਗਿਆ। ਇਹ ਬਿਲਕੁਲ ਠੀਕ ਹੈ, ਪਰੰਤੂ ਤੁਹਾਡੀਆਂ ਮੋਟਰਾਂ ਉਸ ਤੋਂ ਜ਼ਿਆਦਾ ਗਰਮ ਹੁੰਦੀਆਂ। ਮੈਂ ਉਸ ਨਾਲ ਬਹਿਸ ਨਾ ਕੀਤੀ। ਮੈਂ ਉਸ ਤੋਂ ਸਿਰਫ ਇੰਨਾ ਪੁੱਛਿਆ, ਮਿੱਲ ਦੇ ਕਮਰੇ ਦਾ ਤਾਪਮਾਨ ਕਿੰਨਾ ਹੈ? ਉਸਨੇ ਜਵਾਬ ਦਿੱਤਾ, ਲਗਭਗ 75 ਡਿਗਰੀ ਫਾਰਨਹਾਈਟ। ਇਸ ਉੱਤੇ ਮੈਂ ਕਿਹਾ, ਜੇਕਰ ਮਿੱਲ ਦੇ ਕਮਰੇ ਦਾ ਤਾਪਮਾਨ 75 ਡਿਗਰੀ ਫਾਰਨਹਾਈਟ ਹੈ, ਅਸੀਂ ਉਸ ਵਿੱਚ 72 ਡਿਗਰੀ ਹੋਰ ਜੋੜ ਦਈਏ ਤਾਂ ਇਹ ਕੁੱਲ ਮਿਲਾ ਕੇ 147 ਡਿਗਰੀ ਫਾਰਨਹਾਈਟ ਹੋ ਗਿਆ। ਜੇਕਰ ਤੁਸੀਂ ਆਪਣੇ ਹੱਥ ਨੂੰ 147 ਡਿਗਰੀ ਫਾਰਨਹਾਈਟ ਦੇ ਗਰਮ ਪਾਣੀ ਵਿੱਚ ਰੱਖੋਗੇ ਤਾਂ ਕੀ ਤੁਹਾਡਾ ਹੱਥ ਸੜ ਨਹੀਂ ਜਾਏਗਾ? ਇੱਕ ਵਾਰੀ ਫਿਰ ਉਸ ਨੂੰ ਕਹਿਣਾ ਪਿਆ, ਹਾਂ। ਤਾਂ ਕੀ ਇਹ ਚੰਗਾ ਨਹੀਂ ਕਿ ਤੁਸੀਂ ਮੋਟਰ ਕੋਲੋਂ ਆਪਦਾ ਹੱਥ ਦੂਰ ਰੱਖੋ? ਮੈਨੂੰ ਲੱਗਦਾ ਤੁਸੀਂ ਸਹੀ ਹੋ। ਉਸਨੇ ਮੰਨਿਆ। ਅਸੀਂ ਕੁਝ ਦੇਰ ਤੱਕ ਗੱਲਾਂ ਕੀਤੀਆਂ। ਇਸ ਤੋਂ ਬਾਅਦ ਉਸਨੇ ਆਪਣੀ ਸੈਕਟਰੀ ਨੂੰ ਬੁਲਾਇਆ ਤੇ ਸਾਨੂੰ ਅਗਲੇ ਮਹੀਨੇ ਲਈ $36,000 ਦੇ ਬਿਜ਼ਨਸ ਦਾ ਆਰਡਰ ਦਿੱਤਾ। ਕਈ ਸਾਲਾਂ ਬਾਅਦ ਬਿਜ਼ਨਸ ਵਿੱਚ ਹਜ਼ਾਰਾਂ ਡਾਲਰ ਦਾ ਘਾਟਾ ਉਠਾਉਣ ਤੋਂ ਬਾਅਦ ਮੈਂ ਆਖਰਕਾਰ ਇਹ ਸਿੱਖ ਹੀ ਲਿਆ ਕਿ ਬਹਿਸ ਕਰਨ ਨਾਲ ਕੋਈ ਫਾਇਦਾ ਨਹੀਂ ਹੁੰਦਾ। ਦੂਜੇ ਵਿਅਕਤੀ ਦਾ ਨਜ਼ਰੀਆ ਸਮਝਣਾ ਜ਼ਿਆਦਾ ਮਹੱਤਵਪੂਰਨ ਅਤੇ ਜ਼ਿਆਦਾ ਫਾਇਦੇਮੰਦ ਹੁੰਦਾ। ਉਸ ਦੇ ਨਜ਼ਰੀਏ ਨੂੰ ਸਮਝ ਕੇ ਉਸ ਕੋਲੋਂ ਹਾਂ ਕਰਵਾਉਣ ਵਿੱਚ ਜ਼ਿਆਦਾ ਕਾਰਗਰ ਤਰੀਕਾ ਹੈ। ADD ਸੋਨੋ ਆਕਲੈਂਡ ਕੈਲੀਫੋਰਨੀਆ ਵਿੱਚ ਸਾਡੇ ਕੋਰਸਾਂ ਨੂੰ ਸਪਾਂਸਰ ਕਰਦੇ ਹਨ। ਉਹਨਾਂ ਨੇ ਸਾਨੂੰ ਦੱਸਿਆ ਕਿ ਉਹ ਇੱਕ ਦੁਕਾਨ ਦੇ ਚੰਗੇ ਗ੍ਰਾਹਕ ਸਿਰਫ ਇਸ ਵਜ੍ਹਾ ਨਾਲ ਬਣੇ ਕਿ ਪ੍ਰੋਪਰਾਈਟਰ ਨੇ ਉਹਨਾਂ ਨੂੰ ਹਾਂ ਕਹਿਣ ਤੇ ਮਜਬੂਰ ਕੀਤਾ ਸੀ। ਸਾਨੂੰ ਆਕਲੈਂਡ ਦੀ ਰੁਚੀ ਬੋ ਹੰਟਿੰਗ ਵਿੱਚ ਸੀ ਤੇ ਉਹਨਾਂ ਨੇ ਇਸ ਸਥਾਨੀ ਸਟੋਰ ਬੋ ਸਟੋਰ ਤੋਂ ਉਪਕਰਨ ਅਤੇ ਸਪਲਾਈ ਖਰੀਦਣ ਵਿੱਚ ਕਾਫੀ ਪੈਸੇ ਖਰਚੇ ਸਨ। ਜਦੋਂ ਉਹਨਾਂ ਦਾ ਭਰਾ ਉਹਨਾਂ ਨੂੰ ਮਿਲ ਨਹੀਂ ਆਇਆ ਤੇ ਉਹਨਾਂ ਨੇ ਆਪਣੇ ਭਰਾ ਲਈ ਇੱਕ ਬੋ ਕਿਰਾਏ ਉੱਪਰ ਲੈਣਾ ਚਾਹਿਆ।
ਉਹਨਾਂ ਨੇ ਇੱਕ ਦੁਕਾਨ ਤੇ ਫੋਨ ਕੀਤਾ ਜਿੱਥੇ ਸੇਲਜ਼ ਕਲਰਕ ਨੇ ਉਹਨਾਂ ਨੂੰ ਦੱਸਿਆ ਕਿ ਉਹ ਲੋਕ ਕਮਾਨ ਕਿਰਾਏ ਉੱਪਰ ਨਹੀਂ ਦੇ ਸਕਦੇ। ਇਸ ਲਈ ਐਡਿਡੀ ਨੇ ਦੂਜੇ ਸਟੋਰ ਤੇ ਫੋਨ ਕੀਤਾ ਤੇ ਉਹ ਦੱਸਦੇ ਹਨ ਕਿ ਕੀ ਹੋਇਆ। ਇੱਕ ਬਹੁਤ ਖੁਸ਼ਮਿਜਾਜ ਵਿਅਕਤੀ ਨੇ ਫੋਨ ਦਾ ਜਵਾਬ ਦਿੱਤਾ। ਕਿਰਾਏ ਉੱਤੇ ਕਮਾਨ ਦੇਣ ਦੇ ਮੇਰੇ ਸਵਾਲ ਬਾਰੇ ਉਹਨਾਂ ਦਾ ਨਜ਼ਰੀਆ ਬਿਲਕੁਲ ਹੀ ਵੱਖਰਾ ਸੀ। ਉਸਨੇ ਕਿਹਾ ਕਿ ਉਸਨੂੰ ਅਫਸੋਸ ਹੈ ਕਿ ਉਹ ਸਾਨੂੰ ਕਮਾਨ ਕਿਰਾਏ ਤੇ ਨਹੀਂ ਦੇ ਸਕਦੇ। ਉਸਨੇ ਮੈਨੂੰ ਪੁੱਛਿਆ ਕਿ ਮੈਂ ਪਹਿਲਾਂ ਕਦੇ ਕਮਾਨ ਕਿਰਾਏ ਤੇ ਲਿਆ ਹੈ। ਮੈਂ ਜਵਾਬ ਦਿੱਤਾ ਹਾਂ, ਕਈ ਸਾਲ ਪਹਿਲਾਂ। ਉਸਨੇ ਮੈਨੂੰ ਯਾਦ ਦਿਵਾਇਆ ਕਿ ਸ਼ਾਇਦ ਮੈਂ ਕਿਰਾਏ ਲਈ $25 ਜਾਂ $30 ਦਿੱਤੇ ਹੋਣਗੇ। ਮੈਂ ਇੱਕ ਵਾਰੀ ਫੇਰ ਹਾਂ ਕਿਹਾ। ਉਸਨੇ ਫੇਰ ਪੁੱਛਿਆ ਕਿ ਕੀ ਮੈਂ ਇਸ ਤਰ੍ਹਾਂ ਦਾ ਵਿਅਕਤੀ ਹਾਂ ਜਿਹੜਾ ਪੈਸੇ ਬਚਾਉਣਾ ਚਾਹੁੰਦਾ ਹੈ। ਮੈਨੂੰ ਹਾਂ ਵਿੱਚ ਜਵਾਬ ਦੇਣਾ ਪਿਆ। ਫਿਰ ਉਸਨੇ ਅੱਗੇ ਜਾਣਕਾਰੀ ਦਿੱਤੀ। ਉਹਨਾਂ ਕੋਲੇ ਕਮਾਨ ਦੇ ਇਹੋ ਜਿਹੇ ਸੈੱਟ ਹਨ ਜਿਨ੍ਹਾਂ ਵਿੱਚ ਸਾਰੇ ਲੋੜੀਂਦੇ ਉਪਕਰਨ ਲੱਗੇ ਹੋਣਗੇ। ਉਹਨਾਂ ਦੀ ਕੀਮਤ ਸਿਰਫ $34 ਹੈ। ਮੈਂ ਕਮਾਨ ਦੇ ਕਿਰਾਏ ਉੱਤੇ ਜਿੰਨੇ ਪੈਸੇ ਖਰਚ ਕਰਦਾ ਉਸ ਤੋਂ ਸਿਰਫ $5 ਜ਼ਿਆਦਾ ਖਰਚ ਕੇ ਮੈਂ ਕਮਾਨ ਦਾ ਪੂਰਾ ਸੈੱਟ ਖਰੀਦ ਸਕਦਾ ਸੀ। ਉਸਨੇ ਦੱਸਿਆ ਕਿ ਇਸੇ ਕਾਰਨ ਉਹਨਾਂ ਨੇ ਕਮਾਨ ਕਿਰਾਏ ਤੇ ਦੇਣਾ ਬੰਦ ਕਰ ਦਿੱਤਾ ਹੈ ਕਿ ਉਸਦਾ ਇਹ ਤਰਕ ਮੈਨੂੰ ਉਚਿਤ ਲੱਗਿਆ। ਆਪਣੀ ਹਾਂ ਦੀ ਪ੍ਰਤੀਕਿਰਿਆ ਦੀ ਵਜ੍ਹਾ ਨਾਲ ਮੈਂ ਸੈੱਟ ਖਰੀਦਿਆ। ਸੈੱਟ ਖਰੀਦਣ ਨਾਲ ਹੀ ਮੈਂ ਉਸ ਦੁਕਾਨ ਤੋਂ ਹੋਰ ਵੀ ਬਹੁਤ ਸਾਰਾ ਸਮਾਨ ਖਰੀਦਿਆ ਤੇ ਉਦੋਂ ਤੋਂ ਮੈਂ ਉਹਨਾਂ ਦਾ ਇੱਕ ਪੱਕਾ ਗਾਹਕ ਬਣ ਗਿਆ। ਐਥਨਜ਼ ਦੇ ਸੁਕਰਾਤ ਦੁਨੀਆ ਦੇ ਮਹਾਨ ਦਾਰਸ਼ਨਿਕਾਂ ਵਿੱਚੋਂ ਇੱਕ ਸਨ। ਉਹਨਾਂ ਨੇ ਇਹੋ ਜਿਹਾ ਕੁਝ ਕੀਤਾ ਹੈ ਜਿਹੜਾ ਇਤਿਹਾਸ ਵਿੱਚ ਕੇਵਲ ਮੁੱਠੀ ਭਰ ਲੋਕ ਕਰ ਪਾਏ ਹਨ। ਉਹਨਾਂ ਨੇ ਮਨੁੱਖੀ ਚਿੰਤਨ ਦੀ ਦਿਸ਼ਾ ਬਦਲ ਦਿੱਤੀ। ਉਹਨਾਂ ਦੀ ਮੌਤ 24 ਸਦੀ ਪਹਿਲਾਂ ਹੋਈ ਸੀ, ਪਰੰਤੂ ਅੱਜ ਵੀ ਉਹਨਾਂ ਨੂੰ ਸਰਵੋਤਮ ਵਾਦ ਵਿਵਾਦ ਕਰਨ ਵਾਲਿਆਂ ਵਿੱਚ ਗਿਣਿਆ ਜਾਂਦਾ ਹੈ। ਜਿਹੜੇ ਲੋਕ ਆਪਣੀਆਂ ਗੱਲਾਂ ਮਨਵਾਉਣ ਵਿੱਚ ਸਮਰੱਥ ਸਨ, ਉਹਨਾਂ ਦਾ ਤਰੀਕਾ ਕੀ ਸੀ? ਕਿ ਉਹ ਲੋਕਾਂ ਨੂੰ ਇਹ ਦੱਸਦੇ ਸਨ ਕਿ ਉਹ ਗਲਤ ਹਨ? ਨਹੀਂ, ਸੁਕਰਾਤ ਇਸ ਤਰ੍ਹਾਂ ਕਦੇ ਨਹੀਂ ਸਨ ਕਰਦੇ। ਉਹ ਇਸ ਤੋਂ ਜ਼ਿਆਦਾ ਸਿਆਣੇ ਸਨ। ਉਹਨਾਂ ਦੀ ਤਕਨੀਕ ਸੀ ਜਿਸ ਨੂੰ ਸੁਕਰਾਤ ਦੀ ਤਕਨੀਕ ਕਿਹਾ ਜਾਂਦਾ ਸੀ। ਹਾਂ ਦਾ ਜਵਾਬ ਹਾਸਲ ਕਰਨ ਉੱਤੇ ਆਧਾਰਿਤ ਸੀ। ਉਹ ਇਹੋ ਜਿਹੇ ਸਵਾਲ ਪੁੱਛਦੇ ਸੀ ਕਿ ਸਾਹਮਣੇ ਵਾਲੇ ਨੂੰ ਉਹਨਾਂ ਨਾਲ ਸਹਿਮਤ ਹੋਣਾ ਹੀ ਪੈਂਦਾ ਸੀ। ਉਹ ਇੱਕ ਤੋਂ ਬਾਅਦ ਇੱਕ ਹਾਂ ਕਰਾਉਂਦੇ ਜਾਂਦੇ ਸਨ। ਉਹ ਲਗਾਤਾਰ ਸਵਾਲ ਪੁੱਛਦੇ ਜਾਂਦੇ ਸਨ ਤੇ ਅੰਤ ਵਿੱਚ ਉਹਨਾਂ ਦੇ ਵਿਰੋਧੀ ਇਸ ਸਥਿਤੀ ਵਿੱਚ ਆ ਜਾਂਦੇ ਸਨ ਕਿ ਉਹਨਾਂ ਨੂੰ ਉਸੇ ਨਤੀਜੇ ਤੇ ਪਹੁੰਚਣਾ ਪੈਂਦਾ ਸੀ ਜਿਨ੍ਹਾਂ ਨੂੰ ਮੰਨਣ ਲਈ ਕੁਝ ਸਮਾਂ ਪਹਿਲਾਂ ਤੱਕ ਉਹ ਬਿਲਕੁਲ ਤਿਆਰ ਨਹੀਂ ਸਨ। ਅਗਲੀ ਵਾਰ ਜਦੋਂ ਸਾਡੀ ਇੱਛਾ ਕਿਸੇ ਨੂੰ ਇਹ ਦੱਸਣ ਦੀ ਹੋਵੇ ਕਿ ਉਹ ਗਲਤ ਹੈ ਤਾਂ ਅਸੀਂ ਬਜ਼ੁਰਗ ਸੁਕਰਾਤ ਨੂੰ ਯਾਦ ਕਰੀਏ ਤੇ ਇੱਕ ਨਿਮਰ ਜਿਹਾ ਸਵਾਲ ਪੁੱਛੀਏ। ਇੱਕ ਇਹੋ ਜਿਹਾ ਸਵਾਲ ਪੁੱਛੀਏ ਜਿਸ ਦਾ ਜਵਾਬ ਹਾਂ ਵਿੱਚ ਹੋਵੇ। ਚੀਨ ਦਾ ਇੱਕ ਅਖਾਣ ਹੈ ਜਿਸ ਵਿੱਚ ਪੂਰਬ ਦੀਆਂ ਸਦੀਆਂ ਦੀ ਪੁਰਾਣੀ ਸਿਆਣਪ ਦਾ ਸਾਰ ਹੈ। ਹੌਲੇ ਕਦਮਾਂ ਨਾਲ ਚੱਲਣ ਵਾਲਾ ਆਦਮੀ ਦੂਰ ਤੱਕ ਜਾਂਦਾ ਹੈ। ਉਹਨਾਂ ਨੇ ਮਨੁੱਖੀ ਸੁਭਾਅ ਨੂੰ ਸਮਝਣ ਵਿੱਚ 5000 ਸਾਲ ਲਾਏ ਹਨ ਅਤੇ ਉਹਨਾਂ ਨੇ ਆਪਣੇ ਨਤੀਜੇ ਨੂੰ ਬਹੁਤ ਹੀ ਚੰਗੇ ਢੰਗ ਨਾਲ ਬਿਆਨ ਕੀਤਾ ਹੈ। ਹੌਲੇ ਕਦਮਾਂ ਨਾਲ ਚੱਲਣ ਵਾਲਾ ਆਦਮੀ ਦੂਰ ਤੱਕ ਜਾਂਦਾ ਹੈ। ਸਿਧਾਂਤ 5ਵਾਂ, ਸਾਹਮਣੇ ਵਾਲੇ ਕੋਲੋਂ ਤੁਰੰਤ ਹਾਂ ਕਹਾਓ।